दास गुर ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਹੇ ਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਇੱਕ ਦਿਨ ਮਹਿ ਸ਼੍ਰੀ ਹਰਗੋਬਿੰਦ ਬੈਠੇ ਦਿਪਤ ਸੰਗਤਾਂ ਬਰਿੰਦ। ਇੱਕ ਦਿਨ ਮਹਿ ਸ਼੍ਰੀ ਹਰਗੋਬਿੰਦ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਤੁਸਾਂ ਨੇ ਸਰਵਣ ਕੀਤਾ ਕੱਲ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਸਤਿਗੁਰੂ ਜੀ ਰਮਦਾਸ ਦੀ ਧਰਤੀ ਤੇ ਚਰਨ ਪਾਏ। ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ। ਬਾਬਾ ਬੁੱਢਾ ਜੀ ਨੇ ਸਰੀਰ ਤਿਆਗਿਆ ਜੀ। ਉਹ ਪ੍ਰਸੰਗ ਤੁਸੀਂ ਕੱਲ ਸਰਵਣ ਕੀਤਾ। ਕੱਲ ਦੇ ਪ੍ਰਸੰਗ 'ਚ ਇਹ ਵੀ ਸਰਵਣ ਕੀਤਾ ਗੁਰੂ ਜੀ ਨੇ ਫਿਰ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਆਪ ਤਿਆਰੀ ਕਰਵਾ ਕੇ ਆਪਣੀ ਹਾਜ਼ਰੀ ਦੇ ਵਿੱਚ ਸੰਸਕਾਰ ਕਰਵਾਇਆ ਜੀ। ਚਰਨਾਂ ਵਾਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਲੱਗੇ ਜੀ। ਇੱਕ ਪਾਸੇ ਜਦੋਂ ਬਾਬਾ ਜੀ ਦਾ ਸਰੀਰ ਚੁੱਕਿਆ ਨਾ ਜੀ, ਸੰਸਾਰਕ ਬੋਲੀ ਵਿੱਚ ਅਰਥੀ ਕਹਿ ਦਿੰਦੇ ਆ ਤੇ ਸਤਿਕਾਰ ਦੇ ਨਾਲ ਆਪਾਂ ਬਿਬਾਨ ਕਹਿ ਦਿੰਦੇ ਆ ਜੀ। ਇੱਕ ਪਾਸੇ ਭਾਈ ਭਾਨਾ ਜੀ ਲੱਗੇ, ਬਹਾਦਰ ਬਾਬਾ ਬਿਧੀ ਚੰਦ ਜੀ ਲੱਗੇ, ਇੱਕ ਬੰਨੇ ਭਾਈ ਗੁਰਦਾਸ ਜੀ ਲੱਗੇ ਜੀ। ਬਾਬਾ ਬੁੱਢਾ ਸਾਹਿਬ ਜੀ ਦਾ ਪੋਤਰਾ ਬਾਬਾ ਜੀ ਨੂੰ ਚੌਰ ਸਾਹਿਬ ਕਰ ਰਿਹਾ ਜੀ। ਨਿੱਕੀ ਨਿੱਕੀ ਗੱਲ ਉੱਤੇ ਕਈ ਲੋਕ ਭਰਮ 'ਚ ਐਵੇਂ ਹੀ ਪੈ ਜਾਂਦੇ, ਐਵੇਂ ਹੀ ਜੀ। ਗੁਰਸਿੱਖਾਂ ਦੀ ਪੂਜਾ ਮਹਾਰਾਜ ਆਪ ਕਰਵਾਉਂਦੇ ਜੀ, ਪਰ ਉਹ ਗੁਰਸਿੱਖ ਨਹੀਂ ਹੈਗਾ ਜਿਹੜਾ ਆਪੇ ਹੀ ਆਪਣੀ ਪੂਜਾ ਕਰਵਾਈ ਜਾਵੇ ਤੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜੀ ਜਾਵੇ ਜੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪਣੀ ਹਾਜ਼ਰੀ ਦੇ ਵਿੱਚ ਸੰਸਕਾਰ ਕਰਵਾਇਆ। ਜਦੋਂ ਬਾਬਾ ਭਾਨਾ ਜੀ ਨੇ ਬਾਬਾ ਬੁੱਢਾ ਜੀ ਦੀ ਚਿਖਾ ਨੂੰ ਅਗਨੀ ਦਿੱਤੀ, ਬਾਬਾ ਭਾਨਾ ਜੀ ਦੀ ਚੀਕ ਨਿਕਲੀ ਜੀ। ਦੁੱਖ ਹੁੰਦਾ ਜੀ। ਤੇ ਤੁਸੀਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦੇ ਨੇਤਰਾਂ 'ਚੋਂ ਜਲ ਵੀ ਵਹਿਣ ਲੱਗ ਪਿਆ ਜੀ। ਤੇ ਜਦੋਂ ਗੁਰੂ ਜੀ ਦੇ ਨੇਤਰਾਂ ਤੋਂ ਹੀ ਜਲ ਵਹਿਣ ਲੱਗ ਪਿਆ, ਸੰਗਤ ਦਾ ਇਹੋ ਜਿਹਾ ਸਰੀਰ ਹੀ ਕੋਈ ਨਹੀਂ ਰਿਹਾ ਜਿਹਨੇ ਬਾਬਾ ਜੀ ਦੇ ਜਾਣ ਉੱਤੇ ਬੈਰਾਗ ਨਹੀਂ ਕੀਤਾ ਜੀ। ਕੋਈ ਇਹੋ ਜਿਹਾ ਸਰੀਰ ਨਹੀਂ ਰਿਹਾ। ਸਾਰਿਆਂ ਨੇ ਬੜਾ ਹੀ ਬੈਰਾਗ ਕੀਤਾ, ਬੜਾ ਹੀ ਬੈਰਾਗ ਕੀਤਾ। ਉਹ ਕਥਾ ਤੁਸੀਂ ਕੱਲ ਸੰਗਤ ਦੀ ਸੁਣੀ ਜੀ। ਬੜੇ ਰਸ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕਾਰਜ ਕਰਵਾਇਆ। ਗੁਰੂ ਜੀ ਫਿਰ ਘਰ ਦੇ ਵਿੱਚ ਆ ਕੇ ਬੈਠ ਗਏ ਬਾਬਾ ਬੁੱਢਾ ਜੀ ਦੇ ਘਰ ਵਿੱਚ ਜੀ। ਬਾਬਾ ਭਾਨਾ ਜੀ ਦਾ ਮਨ ਡੋਲਿਆ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਸਭ ਤੋਂ ਪਿਆਰੇ ਪੁੱਤਰ ਨੇ ਜੀ। ਉਹਨਾਂ ਦਾ ਮਨ ਡੋਲਿਆ ਪਿਆ ਤੇ ਗੁਰੂ ਜੀ ਬਾਬਾ ਭਾਨਾ ਜੀ ਨੂੰ ਧੀਰਜ ਦਿੱਤਾ। ਭਾਨਾ ਜੀ, ਇਸ ਸੰਸਾਰ ਵਿੱਚ ਜਿਹੜਾ ਆਇਆ ਇੱਕ ਨਾ ਇੱਕ ਦਿਨ ਸਰੀਰ ਤਿਆਗਣਾ ਹੈ। ਵੱਡੇ ਵੱਡੇ ਸੰਤ ਮਹਾਂਪੁਰਖ ਜਿਹੜੇ ਹੋਏ ਆ ਉਹਨਾਂ ਵੀ ਸਰੀਰ ਤਿਆਗੇ ਜੀ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਜੀਵਨ ਸਫਲਾ ਕੀਤਾ। ਰਹਿੰਦੀ ਦੁਨੀਆ ਤੱਕ ਸਿੱਖ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਕਹਿਣਗੇ ਤੇ ਨਾਲ ਹੀ ਬਾਬਾ ਬੁੱਢਾ ਜੀ ਨੂੰ ਜਿਹੜਾ ਧੰਨ ਧੰਨ ਆਖੇਗਾ ਉਹ ਵੀ ਤਰੀ ਜਾਏਗਾ ਕਹਿੰਦੇ। ਸੰਗਤ ਜੀ ਪਿਆਰ ਵਿੱਚ ਆਓ, ਦੋਵੇਂ ਹੱਥ ਜੋੜੋ, ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬੜਾ ਕੁਝ ਮਿਲਦਾ ਤੇ ਬਹੁਤ ਕੁਝ ਮਿਲਦਾ। ਬਾਬਾ ਜੀ ਨੂੰ ਧੰਨ ਕਿਹਾ ਨਾ ਜੀ, ਬਹੁਤਾ ਹੀ ਕੁਝ ਮਿਲਦਾ ਹੈ। ਇੰਨਾ ਕੁਝ ਮਿਲਦਾ ਵੀ ਕਰੋੜਾਂ ਵਿਸ਼ਾਲ ਸਿੰਘ ਇਕੱਠੇ ਹੋ ਜਾਣ, ਇਸ ਗੱਲ ਦੀ ਮਹਿਮਾ ਹੀ ਨਹੀਂ ਕਰ ਸਕਦੇ ਵੀ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਕਿਹਾ ਕੀ ਕੀ ਮਿਲਦਾ ਹੈ ਜੀ। ਬਹੁਤ ਕੁਝ ਮਿਲਦਾ ਜੀ। ਹਾਂਜੀ, ਬਾਣੀ ਵਿੱਚ ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਮਹਾਰਾਜ ਕਹਿੰਦੇ ਉਸ ਗੁਰੂ ਦੇ ਸਿੱਖ ਨੂੰ ਧੰਨ ਕਹੋ। ਫੇਰ ਧੰਨ ਲਿਖਿਆ ਜੀ, ਫੇਰ ਧੰਨ ਕਹੋ ਜਿਹੜਾ ਗੁਰੂ ਜੀ ਦੇ ਚਰਨਾਂ 'ਚ ਆ ਕੇ ਪੈ ਗਿਆ ਜੀ। ਧੰਨ ਧੰਨ ਸੋ ਗੁਰਸਿੱਖ ਕਹੀਐ
ਜੋ ਗੁਰ ਚਰਣੀ ਚਿਤ ਆਏ ਪਿਆ, ਗੁਰ ਚਰਣੀ ਚਿਤ ਆਏ ਪਿਆ, ਜਿਹੜਾ ਗੁਰੂ ਜੀ ਦੇ ਚਰਨਾਂ 'ਚ ਆ ਗਿਆ ਜੀ। ਤੇ ਬਾਬਾ ਜੀ ਦੇ ਤੇ ਗੱਲਾਂ ਹੀ ਪਰਾਂ ਦੀਆਂ ਨਾ ਜੀ। ਮਤਲਬ ਬਾਬਾ ਬੁੱਢਾ ਜੀ ਦੀ ਸਿਫਤ ਕਰੀ ਜਾਈਏ ਨਹੀਂ ਮੁੱਕਦੀ, ਬਾਬਾ ਬੁੱਢਾ ਸਾਹਿਬ ਦੀ ਕਥਾ ਕਰੀ ਚੱਲੀਏ ਨਹੀਂ ਮੁੱਕਦੀ। ਸ਼ਬਦ ਮੁੱਕ ਜਾਣਗੇ, ਕਥਾ ਨਹੀਂ ਮੁੱਕੇਗੀ ਜੀ। ਮਹਾਰਾਜ ਕਹਿੰਦੇ ਭਾਨਾ ਜੀ ਰਹਿੰਦੀ ਦੁਨੀਆ ਤੱਕ ਇਸ ਧਰਤੀ ਦੇ ਉੱਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹੋਣੀ, ਨਾਲ ਹੀ ਬਾਬਾ ਜੀ ਦੀ ਵੀ ਜੈ ਜੈਕਾਰ ਹੋਣੀ ਹੈ। ਕਹਿ ਦਿਓ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, 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 ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਮੈਂ ਉਸ ਦਿਨ ਵੀ ਬੇਨਤੀ ਕੀਤੀ, ਬਾਬਾ ਜੀ ਨੇ ਤੇ ਬੁੱਢਾ ਸ਼ਬਦ ਨੂੰ ਹੀ 4 ਚੰਦ ਲਾ ਦਿੱਤੇ ਜੀ। ਇਸ ਸ਼ਬਦ ਨੂੰ ਹੀ 4 ਚੰਦ ਲਾ ਦਿੱਤੇ ਜੀ। ਸੋ ਮਹਾਰਾਜ ਨੇ 13ਵੇਂ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਵਾਇਆ, ਲੰਗਰ ਲਵਾਇਆ, ਤੇ ਆਪ ਬਾਬਾ ਭਾਨਾ ਜੀ ਨੂੰ ਪੱਗ ਬੱਧੀ। ਮਹਾਰਾਜ ਨੇ ਆਪ ਪੱਗ ਬੰਨ੍ਹੀ, ਆਖਿਆ ਅੱਜ ਤੋਂ ਬਾਬਾ ਬੁੱਢਾ ਜੀ ਵਾਲੀਆਂ ਸੇਵਾਵਾਂ ਤੁਹਾਡੀਆਂ ਨੇ। ਤੇ 6ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਬਾਬਾ ਬੁੱਢਾ ਜੀ ਨੇ, ਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਬਾਬਾ ਭਾਨਾ ਜੀ ਨੇ ਜੀ। ਫਿਰ ਜੀ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਬਾਬਾ ਬੁੱਢਾ ਜੀ ਦੀਆਂ ਸੇਵਾਵਾਂ ਨੇ ਨਾ ਜਿਹੜੀਆਂ, ਉਹ ਤੁਸਾਂ ਕਰਨੀਆਂ ਨੇ। ਕਿੱਡੇ ਪਿਆਰ ਨਾਲ ਕਿਹਾ ਜੀ। ਗੁਰੂ ਜੀ ਦੇ ਬਚਨਾਂ ਨੇ ਬਾਬਾ ਭਾਨਾ ਜੀ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ ਜੀ। ਇੱਥੋਂ ਤੱਕ ਤੁਸਾਂ ਕਥਾ ਸੁਣੀ ਸੀ। ਹੁਣ ਆਓ ਭਾਗਾਂ ਵਾਲਿਓ, ਗੁਰੂ ਜੀ ਦੇ ਚਰਨਾਂ 'ਚ ਸੁਰਤ ਜੋੜੀਏ, 6ਵੇਂ ਪਾਤਸ਼ਾਹ ਜੀ ਦੀ ਕਥਾ ਸੁਣੀਏ। ਪਿਆਰ ਦੇ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਫੇਰ ਕਹਿ ਦਿਓ ਜੀ ਇੱਕ ਦਿਨ ਮੈਂ ਸ਼੍ਰੀ ਹਰਗੋਬਿੰਦ ਬੈਠੇ ਦਿਪਤ ਸੰਗਤਾਂ ਬ੍ਰਿੰਦ। ਸੱਚੇ ਪਾਤਸ਼ਾਹ ਇੱਕ ਦਿਨ ਸੰਗਤਾਂ ਵਿੱਚ ਬੈਠੇ ਰਮਦਾਸ ਦੀ ਧਰਤੀ ਤੇ ਜੀ। ਹਾਂਜੀ, ਭਾਈ ਸੰਤੋਖ ਸਿੰਘ ਜੀ ਨੇ ਇੰਜ ਪ੍ਰਸੰਗ ਲਿਖਿਆ, ਜਿਵੇਂ ਭਾਈ ਸਾਹਿਬ ਨੇ ਪ੍ਰਸੰਗ ਲਿਖਿਆ, ਬੜੇ ਸਿਆਣੇ, ਮੈਂ ਉਵੇਂ ਹੀ ਬੇਨਤੀ ਕਰਾਂਗਾ। ਰਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ, ਤੇ ਬੈਠੇ ਦਿਪਤ ਸੰਗਤਾਂ ਬ੍ਰਿੰਦ, ਬੜੀਆਂ ਸੰਗਤਾਂ ਬੈਠੀਆਂ ਨੇ। ਉਹਨਾਂ ਸੰਗਤਾਂ ਦੇ ਵਿੱਚ ਸਤਿਗੁਰੂ ਜੀ ਬੈਠੇ ਬੜੇ ਫੱਬ ਰਹੇ ਨੇ ਜੀ। ਹਾਂਜੀ, ਏਕ ਅੰਗਨਾ ਤੇ ਛਿਨ ਆਈ। ਅੰਗਨਾ ਕਹਿੰਦੇ ਬੀਬੀ ਨੂੰ, ਇਸਤਰੀ ਨੂੰ। ਇੱਕ ਬੀਬੀ ਰਾਣੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਈ ਜੀ। ਹਾਂਜੀ, ਉੱਚੀ ਧੁਨ ਸੋ ਬਿਨੈ ਸੁਣਾਈ। ਉਹਨੇ ਉੱਚੀ ਆਵਾਜ਼ ਵਿੱਚ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਜੀ। ਉੱਚੀ ਆਵਾਜ਼ ਵਿੱਚ, ਸੰਗਤਾਂ ਬਹੁਤ ਸੀਗੀਆਂ ਜੀ। ਉਹਨੂੰ ਸੀ ਵੀ ਮਹਾਰਾਜ ਤੇ ਅੰਦਰ ਦੀ ਗੱਲ ਵੀ ਸੁਣ ਲੈਂਦੇ ਆ, ਪਰ ਉਹਨੂੰ ਇਹ ਸੀ ਵੀ ਮੈਂ ਉੱਚੀ ਬੋਲਾਂ। ਉੱਚੀ ਬੋਲ ਕੇ ਮਹਾਰਾਜ ਨੂੰ ਬੇਨਤੀ ਕੀਤੀ। ਹਾਂਜੀ, ਸੁਨੋ ਗੁਰੂ ਹਮ ਬਸਤੇ ਪੱਟੀ। ਸੱਚੇ ਪਾਤਸ਼ਾਹ ਅਸੀਂ ਪੱਟੀ ਦੇ ਵਿੱਚ ਰਹਿੰਦੇ ਆ, 9 ਲੱਖੀ ਪੱਟੀ। ਹਾਂਜੀ, ਦੇਸਾ ਨਾਮ ਜਾਤ ਕੀ ਜੱਟੀ। ਦੇਸਾਂ ਮੇਰਾ ਨਾਮ, ਤੇ ਜੱਟੀ ਆ ਮੈਂ, ਜੱਟੀ। ਕਈ ਕਹਿਣਗੇ ਇਹ ਕਿਉਂ ਕਿਹਾ ਕਥਾ 'ਚ। ਵੇਖੋ ਜੀ, ਉਹ ਸਿੱਧੀ ਸਾਦੀ ਹੈਗੀ ਆ ਜੀ। ਜਿਹੜੀ ਬੀਬੀ ਦੀ ਤੁਸੀਂ ਗੱਲ ਸੁਣਦੇ ਨਾ ਜੀ, ਉਹਨੂੰ ਗਿਆਨੀਆਂ ਵਾਲੀ ਬੋਲੀ ਨਹੀਂ ਆਉਂਦੀ ਜੀ। ਉਹ ਤਾਂ ਸਿੱਧੀ ਗੱਲ ਹੀ ਆਉਂਦੀ ਉਹਨੂੰ ਜੀ। ਕਹਿੰਦੀ ਮੈਂ ਜੱਟੀ ਹੈਗੀ ਆ, ਦੇਸਾਂ ਮੇਰਾ ਨਾਮ ਹੈ, ਪੱਟੀ ਰਹਿੰਦੀ ਆ ਮੈਂ। ਹਾਂਜੀ, ਕੁੱਲ ਸਿੱਧੂ ਮੈਂ ਮੋਕਉ ਵਿਆਹੀ। ਸਿੱਧੂ ਗੋਤ ਵਿੱਚ ਮੇਰਾ ਵਿਆਹ ਹੋਇਆ ਮਹਾਰਾਜ। ਹਾਂਜੀ, ਸੁਨ ਜਸ ਬਹੁ ਆਈ ਤੁਮ ਪਾਹੀ। ਤੇ ਮੈਂ ਤੁਹਾਡੀ ਬੜੀ ਸਿਫਤ ਸੁਣੀ ਤੇ ਲੋਕ ਬੜਾ ਜਸ ਕਰਦੇ, ਬੜੀ ਸਿਫਤ ਕਰਦੇ ਤੁਹਾਡੀ। ਤੁਹਾਡੀ ਸਿਫਤ ਸੁਣ ਕੇ ਮੈਂ ਤੁਹਾਡੇ ਕੋਲ ਆਈ ਆ। ਹਾਂਜੀ, ਆਸਾਵੰਤਨ ਕੀ ਨਿਤ ਆਸਾ। ਮੈਂ ਸੁਣਿਆ ਵੀ ਆਸਾਵੰਤੀਆਂ ਦੀ ਆਸ ਤੁਸੀਂ ਪੂਰੀ ਕਰਦੇ ਤੇ। ਭਾਵ
ਜੇ ਕੋਈ ਆਸ ਲੈ ਕੇ ਆਵੇ ਤੇ ਤੁਸੀਂ ਉਹਦੀ ਆਸ ਪੂਰੀ ਕਰ ਦਿੰਦੇ ਹੋ। ਮੈਂ ਸੁਣਿਆ ਕਹਿੰਦੀ। ਹਾਂਜੀ। ਪੁਰਵਤ ਹੋਰਾ ਵਰ ਪਰਵਾਸਾ। ਇਹ ਸੁਣ ਕੇ ਤੇ ਮੈਂ ਤੁਹਾਡੇ ਭਰੋਸੇ ਆਈ ਆ ਇੱਥੇ। ਗੱਲ ਤੇ ਭਰੋਸੇ ਦੀ ਹੈ, ਗੱਜ ਕੇ ਆਖੋ। ਹੁਣ ਉਹ ਹੈ ਤੇ ਸਿੱਧੀ ਸਾਦੀ ਬੀਬੀ ਦੀ। ਆ ਕੇ ਘਰੋੜ ਕੇ ਉਹਨੇ ਕਿਹਾ ਵੀ ਮੈਂ ਜੱਟੀ ਆ, ਮੈਂ ਪੱਟੀ ਰਹਿਨੀ ਆ, ਸਿੱਧੂ ਗੋਤ ਚ ਵਿਆਹੀ ਆ, ਨਾਮ ਦੇਸਾਂ ਆ, ਤੇ ਬੜੇ ਭਰੋਸੇ ਨਾਲ ਆਈ ਆ। ਹਾਂਜੀ। ਪੁੱਤਰ ਨਹੀਂ ਉਪਜਤ ਹੈ ਮੇਰੇ। ਸੱਚੇ ਪਾਤਸ਼ਾਹ ਮੇਰੇ ਘਰ ਪੁੱਤ ਨਹੀਂ ਪੈਦਾ ਹੁੰਦਾ, ਪੁੱਤ। ਹਾਂਜੀ। ਹਾਰੀ ਕਰ ਉਪਚਾਰ ਕਨੇਰੇ। ਬੜੇ ਉਪਚਾਰ ਕੀਤੇ ਪਰ ਗੱਲ ਨਹੀਂ ਬਣੀ ਮਹਾਰਾਜ, ਪੁੱਤ ਨਹੀਂ ਪੈਦਾ ਹੋਇਆ। ਹਾਂਜੀ। ਅਬ ਸਮੀਪ ਤੁਮਰੇ ਚਲ ਆਈ। ਤੁਹਾਡਾ ਜਸ ਸੁਣਿਆ ਵੀ ਤੁਸੀਂ ਆਸਾਂ ਪੂਰੀਆਂ ਕਰਦੇ ਜੇ, ਮਿਹਰ ਕਰੋ, ਬਚਨ ਕਰੋ ਕੋਈ। ਹਾਂਜੀ। ਦੇਹੋ ਸੁਤ ਮੂ ਕਹੋ ਲਖ ਸਰਨਾਈ। ਸਾਰੀ ਦੁਨੀਆ ਦੀ ਆਸ ਪੂਰੀ ਕਰਦੇ ਜੇ, ਮੇਰੀ ਵੀ ਕਰ ਦਿਓ। ਹਾਂਜੀ। ਸ਼੍ਰੀ ਹਰਿ ਗੋਬਿੰਦ ਸੁਨਤ ਉਚਾਰਾ। ਸੱਚੇ ਪਾਤਸ਼ਾਹ ਨੇ ਉਹਦੇ ਵੱਲ ਵੇਖਿਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਸਾਹਿਬ ਉਹਦੇ ਵੱਲ ਵੇਖ ਕੇ ਨਾ ਬਚਨ ਕਰਦੇ ਜੀ। ਹਾਂਜੀ। ਲਿਖਿਓ ਨਹੀਂ ਸੁਤ ਤੋਹੇ ਲਿਲਾਰਾ। ਮਹਾਰਾਜ ਕਹਿੰਦੇ ਮਾਈ ਤੇਰੇ ਮੱਥੇ ਤੇ ਪੁੱਤ ਨਹੀਂ ਲਿਖਿਆ। ਕਹਿੰਦੇ ਗੁਰੂ ਜੀ ਤੇ ਜਾਣਦੇ ਨਾ ਜੀ ਸਾਰੀ ਗੱਲ। ਤੇਰੇ ਮੱਥੇ ਦੇ ਉੱਤੇ ਪੁੱਤ ਦਾ ਨਿਸ਼ਾਨ ਨਹੀਂ ਹੈਗਾ। ਸਭ ਕੁਝ ਸੰਗਤ ਜੀ ਮੱਥੇ ਤੇ ਲਿਖਿਆ ਜੀ, ਸਭ ਕੁਝ ਹੀ ਲਿਖਿਆ। ਲੋਕੀ ਕਹਿੰਦੇ ਹੱਥਾਂ ਤੇ ਵੀ ਲਿਖਿਆ। ਹਾਂਜੀ। ਪਰ ਬਾਣੀ 'ਚ ਲਿਖਿਆ ਮੱਥੇ ਤੇ ਭਾਗ ਲਿਖੇ। ਜਬ ਲਓ ਨਹੀਂ ਭਾਗ ਲਿਲਾਰ ਉਦੈ। ਲਿਲਾਰ ਮੱਥੇ ਨੂੰ ਕਹਿੰਦੇ ਜੀ। ਜਿਨ ਆਉਂਦੀ ਨਾ ਆਸਾ ਜੀ ਦੀ ਵਾਰ ਵਿੱਚ। ਹਾਂਜੀ। ਲਿਲਾਟ ਲਿਲਾਟੇ, ਲਿਲਾਟ ਵੀ ਇਹਨੂੰ ਕਹਿੰਦੇ ਜੀ। ਮਹਾਰਾਜ ਕਹਿੰਦੇ ਮਾਈ ਤੇਰੇ ਮੱਥੇ ਤੇ ਪੁੱਤ ਨਹੀਂ ਹੋ ਲਿਖਿਆ। ਕਹਿੰਦੇ ਹਾਂਜੀ। ਸੁਨਤ ਉਦਾਸ ਭਈ ਸਹਿ ਚਿੰਤਾ। ਉਹ ਸੁਣ ਕੇ ਉਦਾਸ ਹੋ ਗਈ ਦੀ, ਚਿੰਤਾ ਹੋ ਗਈ ਉਹਨੂੰ। ਜਿਹਨੂੰ ਗੁਰੂ ਹੀ ਕਹਿ ਦੇ ਵੀ ਤੇਰੇ ਭਾਗਾਂ 'ਚ ਨਹੀਂ ਹੈਗਾ, ਉਹਨੂੰ ਤਾਂ ਚਿੰਤਾ ਹੀ ਹੋਣੀ ਹੈ ਜੀ। ਹਾਂਜੀ। ਲਖਿਓ ਭਾਗ ਮਮ ਨਹਿ ਸੁਤਵੰਤਾ। ਸਮਝ ਗਈ ਵੀ ਮੈਂ ਪੁੱਤ ਵਾਲੀ ਨਹੀਂ ਬਣ ਸਕਦੀ, ਮੇਰੇ ਭਾਗਾਂ 'ਚ ਪੁੱਤ ਹੀ ਨਹੀਂ ਲਿਖਿਆ। ਹਾਂਜੀ। ਬਹੁਤ ਬੇਸੂਰਤ ਕਿਸ ਥਲ ਬੈਸੀ। ਮੁਰਝਾਈ ਹੋਈ ਨਾ ਜੀ, ਬਾਹਰ ਨੂੰ ਤੁਰੀ ਗਈ ਜੀ। ਇੱਕ ਜਗ੍ਹਾ ਬਹਿ ਗਈ ਜਾ ਕੇ ਜੀ। ਹੁਣ ਚੇਤਾ ਰੱਖਿਓ, ਜਿਹਨੂੰ ਗੁਰੂ ਸਾਹਿਬ ਮੁੱਖੋਂ ਕਹਿ ਦੇਣ ਵੀ ਨਹੀਂ ਮਿਲ ਸਕਦਾ। ਕਈ ਵਾਰੀ ਅਸੀਂ ਕੋਈ ਚੀਜ਼ ਗੁਰੂ ਜੀ ਕੋਲੋਂ ਮੰਗਦੇ ਹਾਂ ਆ ਕੇ, ਤੇ ਸਾਡੀ ਕਿਸਮਤ 'ਚ ਨਹੀਂ ਹੁੰਦੀ ਜੀ। ਹਾਂਜੀ। ਫਿਰ ਵੀ ਬੰਦਾ ਲੱਗਾ ਰਹਿੰਦਾ ਜੀ। ਪਰ ਜਿਹਨੂੰ ਗੁਰੂ ਜੀ ਮੁੱਖੋਂ ਕਹਿਣ ਵੀ ਤੇਰੀ ਕਿਸਮਤ 'ਚ ਨਹੀਂ ਹੈਗਾ, ਉਹ ਤੇ ਉਦਾਸ ਹੋਏਗਾ ਜੀ। ਬੀਬੀ ਉਦਾਸ ਹੋ ਗਈ ਬਹੁਤ ਜ਼ਿਆਦਾ। ਹਾਂਜੀ। ਦੇਖੀ ਚਲਤ ਗੁਰਦਾਸੈ ਤੈਸੀ। ਉਹਦੀ ਹਾਲਤ ਭਾਈ ਗੁਰਦਾਸ ਜੀ ਨੇ ਵੇਖ ਲਈ ਜੀ। ਹਾਂਜੀ। ਦੁਖੀ ਜਾਨ ਬੂਝੀ ਕਿਆ ਭਇਓ। ਸਿੱਖਾਂ ਦਾ ਮਨ ਬੜਾ ਕੋਮਲ ਹੁੰਦਾ ਜੀ। ਗੁਰਸਿੱਖਾਂ ਦੇ ਮਨ 'ਚ ਦਇਆ ਬੜੀ ਹੁੰਦੀ ਜੀ। ਭਾਈ ਗੁਰਦਾਸ ਜੀ ਉਸ ਬੀਬੀ ਨੂੰ ਵੇਖ ਕੇ ਕਹਿਣ ਲੱਗੇ ਕੀ ਗੱਲ ਹੈ, ਤੂੰ ਬਹੁਤ ਦੁਖੀ ਹੈ। ਹਾਂਜੀ। ਕਿਉਂ ਸਚਿੰਤ ਮਨ ਆਪਣੋ ਕਿਓ। ਤੇਰੇ ਮੁਖ ਤੇ ਨਜ਼ਰ ਆ ਰਿਹਾ, ਆ ਦਰਵਾਜ਼ਾ ਬੰਦ ਕਰ, ਤੇਰੇ ਮੁਖ ਤੇ ਨਜ਼ਰ ਆ ਰਿਹਾ ਵੀ ਤੈਨੂੰ ਚਿੰਤਾ ਹੈ ਕਿਸੇ ਗੱਲ ਦੀ। ਕਿਸ ਗੱਲ ਦੀ ਚਿੰਤਾ? ਹਾਂਜੀ। ਤੇਨੇ ਸਗਰੀ ਕਥਾ ਸੁਣਾਈ। ਉਸ ਬੀਬੀ ਨੇ ਸਾਰੀ ਗੱਲ ਭਾਈ ਗੁਰਦਾਸ ਜੀ ਨੂੰ ਦੱਸੀ ਜੀ। ਸਾਰੀ ਗੱਲ ਖੋਲ ਕੇ ਦੱਸੀ ਵੀ ਮੈਂ ਤੇ ਲੋਕਾਂ ਕੋਲੋਂ ਬੜੀ ਦੂਰੋਂ ਦੂਰੋਂ ਸੁਣਦੀ ਆਈ ਤੇ ਪੱਟੀ ਤੋਂ ਤੁਰ ਕੇ ਆਈ ਆ। ਹਾਂਜੀ। ਸੁਤ ਹਿਤ ਮਮ ਸਤ ਗੁਰ ਢਿਗ ਆਈ। ਤੇ ਸੁਤ ਹਿਤ ਮਮ ਸਤ ਗੁਰ ਢਿਗ ਆਈ। ਮੈਂ ਪੁੱਤਰ ਦੀ ਕਾਮਨਾ ਲੈ ਕੇ ਗੁਰੂ ਜੀ ਦੇ ਕੋਲ ਆਈ ਆ। ਹਾਂਜੀ। ਮੁਸਕਾਵਤ ਮੁਖ ਤੇ ਫੁਰਮਾਇਓ। ਤੇ ਭਾਈ ਗੁਰਦਾਸ ਜਦੋਂ ਗੁਰੂ ਜੀ ਨੇ ਮੇਰੇ ਵੱਲ ਵੇਖਿਆ ਨਾ, ਤੇ ਮੈਨੂੰ ਵੇਖ ਕੇ ਗੁਰੂ ਜੀ ਵੀ ਮੁਸਕਰਾਉਣ ਲੱਗ ਪਏ ਤੇ ਮੈਨੂੰ ਇਹ ਕਹਿ ਦਿੱਤਾ ਹੀ। ਹਾਂਜੀ। ਲਿਖਿਓ ਨਾ ਤਵ ਮਸਤਕ ਦ੍ਰਿਸ਼ਟਾਇਓ। ਮੈਨੂੰ ਮਹਾਰਾਜ ਕਹਿੰਦੇ ਤੇਰੇ ਮੱਥੇ ਤੇ ਹੀ ਨਹੀਂ ਲਿਖਿਆ।
ਭਾਵ ਤੇਰੀ ਕਿਸਮਤ 'ਚ ਹੀ ਨਹੀਂ ਲਿਖਿਆ ਤੈਨੂੰ ਪੁੱਤ ਮਿਲੇ। ਹਾਂਜੀ। ਦੀਨ ਬਾਤ ਸੁਣ ਕੇ ਤਬ ਭਾਈ। ਤੇ ਭਾਈ ਗੁਰਦਾਸ ਜੀ ਨੇ ਉਹਦੀ ਗੱਲ ਸੁਣੀ ਤੇ ਕਿਸੇ ਬੀਬੀ ਨੂੰ ਸਿੱਧਾ ਹੀ ਆਖ ਦਿੱਤਾ ਜਾਵੇ, ਮਹਿਸੂਸ ਤੇ ਹੁੰਦਾ ਜੀ ਉਹਨੇ ਵੀ ਆ ਕੇ ਸਿੱਧੀ ਗੱਲ ਕੀਤੀ ਨਾ ਜੀ, ਉੱਚੀ ਕਹਿਤਾ ਤੇ ਗੁਰੂ ਸਾਹਿਬ ਨੇ ਵੀ ਸਿੱਧੀ ਗੱਲ ਕਰ ਦਿੱਤੀ ਜੀ। ਫਿਰ ਜੀ ਭਾਈ ਗੁਰਦਾਸ ਜੀ ਨੇ ਵੇਖਿਆ ਜੀ ਵੀ ਇਹ ਤੇ ਦੁਖੀ ਹੋ ਗਈ ਹੈ। ਹਾਂਜੀ। ਪੁੱਤਰ ਲੈਨ ਕੀ ਸੀਖ ਸਿਖਾਈ। ਬਸ ਆ ਤਰੀਕਾ ਜੇ ਕੋਈ ਗੱਲ ਨਹੀਂ ਵੀ ਕਿਸਮਤ 'ਚ ਲਿਖੀ ਨਾ, ਬੰਦੇ ਨੂੰ ਲੈਣ ਦੀ ਜਾਚ ਹੋਵੇ ਲੈ ਸਕਦਾ ਜੀ ਉਹ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਗੱਲ ਨਹੀਂ ਵੀ ਕਿਸਮਤ 'ਚ ਲਿਖੀ, ਕਿਸੇ ਗੁਰਸਿੱਖ ਦੀ ਸੰਗਤ ਦੀ ਲੋੜ ਹੈਗੀ ਆ ਜੀ। ਇਹ ਮਾਰਗ ਇਹੋ ਜਿਹਾ ਹੈਗਾ, ਤੁਸੀਂ ਕਹੋ ਮੈਂ ਆਪੇ ਹੀ ਤੁਰਾਂ ਜੀ, ਮੈਂ ਆਪੇ ਹੀ ਕਰਾਂ, ਕੱਖ ਨਹੀਂ ਮਿਲਣਾ। ਮਾਈ ਆਈ ਨਾ, ਆਪੇ ਹੀ ਗੱਲ ਕਰਨ ਲੱਗ ਪਈ, ਕੱਖ ਨਹੀਂ ਮਿਲਿਆ ਜੀ। ਪਰ ਭਾਈ ਗੁਰਦਾਸ ਜੀ ਮਿਲ ਪਏ, ਕਹਿੰਦੇ ਤੈਨੂੰ ਮੈਂ ਜਾਚ ਸਿਖਾਉਂਦਾ ਵਾ, ਤੈਨੂੰ ਮੈਂ ਦੱਸ ਦੇਣਾ, ਇਹਦੀ ਕਿਹੜੀ ਵੱਡੀ ਗੱਲ ਹੈ। ਕਿਸਮਤ ਲਿਖਣ ਵਾਲੇ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਹੀ ਨੇ, ਕੋਈ ਹੋਰ ਹੈ ਕਿਸਮਤ ਲਿਖਣ ਵਾਲਾ। ਤੈਨੂੰ ਜਾਚ ਦੱਸ ਦਿੰਦੇ ਆ। ਬਸ ਉਹ ਜਿਹੜੇ ਆਪੇ ਹੀ ਬੜੇ ਭਲਵਾਨ ਹੁੰਦੇ ਨਾ, ਉਹ ਤਾਈਓ ਹੀ ਨਹੀਂ ਕੁਝ ਖੱਟਦੇ, ਕਿਸੇ ਨਾ ਕਿਸੇ ਦੀ ਸੰਗਤ ਕਰਨੀ ਪੈਂਦੀ ਹੈ ਜੀ। ਹਾਂਜੀ। ਅਬ ਕੇ ਜਾਹੋ ਧਾਰ ਸੁਤ ਆਸ। ਹੁਣ ਦੁਬਾਰਾ ਜਾ, ਪੁੱਤ ਦੀ ਆਸ ਲੈ ਕੇ ਜਾ। ਹਾਂਜੀ। ਲਿਹੋ ਕਲਮ ਰੁਸ਼ਨਾਈ ਪਾਸ। ਪਰ ਹੱਥ 'ਚ ਲੈ ਜਾ ਕਲਮ, ਨਾਲ ਲੈ ਜਾ ਕਾਗਜ਼, ਤੇ ਨਾਲ ਹੀ ਦਵਾਤ ਲੈ ਜਾ, ਭਾਵ ਸ਼ਾਹੀ ਲੈ ਜਾ। ਹਾਂਜੀ। ਜਬ ਗੁਰ ਕਹੈ ਲਿਖਿਓ ਨਹਿ ਤੇਰੇ। ਤੂੰ ਗੁਰੂ ਸਾਹਿਬ ਨੂੰ ਕਹੀਂ ਮਹਾਰਾਜ ਮਿਹਰ ਕਰੋ ਮੇਰੇ ਘਰ ਪੁੱਤ ਹੋਵੇ। ਗੁਰੂ ਜੀ ਨੇ ਕਹਿਣਾ ਵੀ ਤੇਰੀ ਕਿਸਮਤ 'ਚ ਨਹੀਂ ਲਿਖਿਆ। ਜਦੋਂ ਗੁਰੂ ਸਾਹਿਬ ਇਹ ਕਹਿਣਗੇ, ਹਾਂਜੀ, ਤਬ ਇਮ ਕਹੋ ਕਰ ਕਲਮ ਅਗੇਰੇ। ਤੇ ਬੀਬੀ ਤੂੰ ਕਾਗਜ਼ ਤੇ ਕਲਮ ਗੁਰੂ ਜੀ ਦੇ ਅੱਗੇ ਕਰ ਦੇਣੀ ਹੈ। ਹਾਂਜੀ। ਲਿਖਨ ਹਾਰ ਇਤ ਉਤ ਤੁਮ ਸਾਰੇ। ਤੇ ਪਤਾ ਮਹਾਰਾਜ ਨੂੰ ਕੀ ਕਹਿਣਾ ਹੈ? ਮਹਾਰਾਜ ਨੂੰ ਕਹਿਣਾ, ਲਓ ਮਹਾਰਾਜ ਉੱਥੇ ਤੇ ਇੱਥੇ ਤੁਸੀਂ ਲਿਖਦੇ ਜੇ, ਲਿਖਣ ਵਾਲਾ ਕੋਈ ਹੋਰ ਥੋੜੀ ਹੈਗਾ। ਹਾਂਜੀ। ਤਹਿ ਨਾ ਲਿਖਿਓ ਜੇ ਭਾਗ ਹਮਾਰੇ। ਤੇ ਜੇ ਤੁਸੀਂ ਉੱਥੇ ਉੱਪਰ ਸੱਚਖੰਡ 'ਚ ਨਹੀਂ ਲਿਖਿਆ, ਮੇਰੇ ਭਾਗਾਂ 'ਚ ਪੁੱਤ ਨਹੀਂ ਲਿਖਿਆ। ਹਾਂਜੀ। ਕਿਰਪਾ ਕਰੋ ਤਬ ਅਬ ਲਿਖ ਦੀਜੈ। ਤੇ ਮਿਹਰ ਕਰੋ ਹੁਣ ਹੀ ਲਿਖ ਦਿਓ, ਲਿਖਣਾ ਤੇ ਤੁਸੀਂ ਹੈ ਨਾ। ਹਾਂਜੀ। ਸ਼ਰਨਾਗਤ ਲਖ ਆਸ ਪੁਰੀਜੈ। ਬਸ ਮੈਂ ਤੁਹਾਡੀ ਸ਼ਰਨ 'ਚ ਆਈ ਆ, ਮੈਨੂੰ ਨਹੀਂ ਪਤਾ, ਮੇਰੀ ਆਸ ਪੂਰੀ ਕਰ ਦਿਓ। ਗੁਰੂ ਜੀ ਨੂੰ ਤੂੰ ਕਹਿ ਦੀ। ਇਹ ਹੈ ਸੰਗਤ ਗੁਰਸਿੱਖ ਦੀ, ਇਹ ਆ ਤਰੀਕਾ। ਹਾਂਜੀ। ਸੁਨ ਤ੍ਰੈ ਹਿਤ ਕੀ ਸਿੱਖਿਆ ਧਾਰੀ। ਲਓ ਜੀ, ਉਹ ਬੀਬੀ ਨੇ ਸਿੱਖਿਆ ਸਮਝ ਲਈ ਜੀ। ਚੇਤਾ ਰੱਖਿਓ, ਸਿੱਖਿਆ ਦੇਣ ਵਾਲਾ ਚਾਹੀਦਾ ਹੈ ਜੀ, ਦੇਣ ਵਾਲਾ ਚਾਹੀਦਾ। ਆਪੇ ਹੀ ਬੰਦਾ ਲੱਗਾ ਨਹੀਂ, ਕੋਈ ਤਜਰਬੇਕਾਰ ਚਾਹੀਦਾ ਹੈ ਜੀ। ਡਾਕਟਰ ਬਣਨਾ ਤੇ ਡਾਕਟਰ ਕੋ ਬਹਿਣਾ ਪੈਣਾ ਜੀ। ਨਿਰੀਆਂ ਕਿਤਾਬਾਂ ਪੜ੍ਹਨ ਨਾਲ ਨਹੀਂ ਗੱਲ ਬਣਨੀ, ਕਿਸੇ ਨਾ ਕਿਸੇ ਡਾਕਟਰ ਕੋ ਬਹਿਣਾ। ਸੰਤ ਭਗਤ ਗੁਰਸਿੱਖ ਬਣਨਾ ਤੇ ਗੁਰਸਿੱਖਾਂ ਕੋ ਬਹਿਣਾ ਪੈਣਾ ਜੀ, ਸਿੱਖਿਆ ਲੈਣੀ ਪੈਣੀ ਹੈ। ਹਾਂਜੀ। ਅਗਲੇ ਦਿਵਸ ਤਥਾ ਵਿਦ ਕਰੀ। ਉਹ ਬੀਬੀ ਨੇ ਸਿੱਖਿਆ ਮੰਨ ਲਈ ਜੀ। ਅਗਲੇ ਦਿਨ ਉਹਨੇ ਇਸੇ ਤਰ੍ਹਾਂ ਕੀਤਾ ਜੀ, ਕਲਮ ਲੈ ਲਿਆ, ਕਲਮ ਲੈ ਲਈ, ਕਾਗਜ਼ ਲੈ ਲਿਆ, ਦਵਾਤ ਲੈ ਲਈ। ਹਾਂਜੀ। ਬੀਤੀ ਨਿਸ ਪ੍ਰਭਾਤ ਹੋਏ ਆਈ। ਰਾਤ ਬਤੀਤ ਕੀਤੀ, ਅਗਲਾ ਦਿਨ ਹੋਇਆ ਤੇ ਫੇਰ ਆ ਗਈ ਜੀ ਉਹ। ਹਾਂਜੀ। ਹਿਤ ਅਖੇਰ ਤਿਆਰੀ ਕਰਵਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਸ਼ਿਕਾਰ ਤੇ ਜਾਣ ਦੀ ਤਿਆਰੀ ਕੀਤੀ ਜੀ। ਹਾਂਜੀ। ਬਸਤਰ ਸ਼ਸਤਰ ਸਤਿਗੁਰ ਸਭ ਧਾਰੇ। ਮੇਰੇ ਸੱਚੇ ਪਾਤਸ਼ਾਹ ਜੀ ਨੇ ਬਸਤਰ ਵੀ ਸਜਾਏ ਤੇ ਉੱਤੇ ਸ਼ਸਤਰ ਵੀ ਸਜਾਏ ਜੀ। 2 ਤਲਵਾਰਾਂ ਪਾਉਂਦੇ ਸਨ ਮਹਾਰਾਜ। ਹਾਂਜੀ।
ਹੈ ਸਜੀਨ ਕੇ ਲੀਨ ਹਕਾਰੇ। ਕਾਠੀਆਂ ਉੱਤੇ ਵਾਹਿਗੁਰੂ ਘੋੜਿਆਂ ਉੱਤੇ ਕਾਠੀਆਂ ਪਾ ਦਿੱਤੀਆਂ, ਪੂਰੀ ਤਿਆਰੀ ਕੀਤੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਚੜੇ ਸੁਪਟ ਸ਼ੁਭ ਆਯੁਧ ਧਾਰੀ। ਐ ਸ਼ਸਤਰ ਬਸਤਰ ਤਿਆਰ, ਫੌਜਾਂ ਵੀ ਤਿਆਰ ਹੋ ਗਈਆਂ ਜੀ ਗੁਰੂ ਜੀ ਦੇ ਨਾਲ। ਹਾਂਜੀ, ਬਾਜ ਕੋਹੀ ਸਵਾਨਨ ਕਰ ਤਿਆਰੀ। ਬਾਜ, ਫਿਰ ਕਹੀਆਂ, ਫਿਰ ਕੁੱਤੇ, ਇਹ ਵੀ ਨਾਲ ਲਏ ਜੀ। ਸ਼ਿਕਾਰ ਤੇ ਨੂੰ ਜਾਣਾ ਜੀ ਮਹਾਰਾਜ ਨੇ। ਹਾਂਜੀ, ਹੈ ਆਰੂਟੂਟ ਸ਼੍ਰੀ ਹਰਗੋਬਿੰਦ। ਤੇ ਗੁਰੂ ਹਰਗੋਬਿੰਦ ਸਾਹਿਬ ਆਖੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸੱਜ ਕੇ ਚੱਲੇ ਪਿਸ਼ਾਰੀ ਜੋਧਾ ਬ੍ਰਿੰਦ। ਤੇ ਯੋਧੇ ਸੂਰਮੇ ਫੌਜਾਂ ਗੁਰੂ ਜੀ ਦੇ ਮਗਰ ਮਗਰ ਚੱਲ ਪਏ ਜੀ ਸਾਰੇ। ਹਾਂਜੀ, ਸਨੇ ਸਨੇ ਤਬ ਪ੍ਰੇਰ ਤੁਰੰਗ। ਹੌਲੀ ਹੌਲੀ ਮਹਾਰਾਜ ਘੋੜਿਆਂ ਨੂੰ ਤੋਰਦੇ ਜੀ ਪਹਿਲਾਂ। ਹਾਂਜੀ, ਨਿਕਸਨ ਲੱਗੇ ਗ੍ਰਾਮ ਭਟ ਸੰਗ। ਤੇ ਪਿੰਡ ਦੇ ਵਿੱਚੋਂ ਨਿਕਲੇ ਜੀ ਮਹਾਰਾਜ, ਪਿੰਡ ਵਿੱਚੋਂ ਨਿਕਲੇ। ਹਾਂਜੀ, ਸੋ ਤ੍ਰੈ ਤਬ ਪਹੁੰਚੀ ਉਤਲਾਵਤ। ਉਹ ਬੀਬੀ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਤਾਂ ਨਿਕਲ ਪਏ ਨੇ। ਆਖੋ ਵਾਹਿਗੁਰੂ, ਵੀ ਮੈਂ ਤਾਂ ਲੇਟ ਹੋ ਗਈ ਆ। ਚੇਤਾ ਰੱਖਿਓ, ਜਦੋਂ ਕਿਸਮਤ 'ਚ ਨਾ ਹੋਵੇ ਕਈ ਵਾਰੀ ਵਿਘਨ ਵੀ ਪੈਂਦੇ ਆ ਜੀ। ਤੇ ਜੇ ਬੰਦਾ ਵਿਘਨਾਂ ਤੋਂ ਹੋ ਗਿਆ ਨਾ ਜੀ, ਵੀ ਵਿਘਨ ਪੈ ਗਏ ਤੇ ਮੈਂ ਨਹੀਂ ਜਾਣਾ, ਫਿਰ ਨਹੀਂ ਗੱਲ ਬਣਦੀ, ਲੱਗਣਾ ਪੈਂਦਾ ਜੀ। ਲੇਟ ਹੋ ਗਈ ਜੀ, ਉਹ ਵਿਘਨ ਪੈ ਗਿਆ। ਪਰ ਭਾਈ ਸਾਹਿਬ ਲਿਖਦੇ, ਸੋ ਤਰੀਏ ਤਬ ਪਹੁੰਚੀ ਉਤਲਾਵਤ, ਛੇਤੀ ਦੇ ਨਾਲ ਭੱਜੀ ਵੀ ਮੈਂ ਤਾਂ ਲੇਟ ਹੋ ਗਈ ਆ, ਦੇਰੀ ਹੋ ਗਈ ਮੈਨੂੰ। ਹਾਂਜੀ, ਆਗੇ ਭਈ ਪ੍ਰਭੂ ਜਿਤ ਜਾਵਤ। ਤੇ ਸੱਚੇ ਪਾਤਸ਼ਾਹ ਜਾਣੀ ਜਾਣਦੇ ਤਾਂ ਹੈਗੇ ਹੀ ਹੈ। ਉਹ ਮਹਾਰਾਜ ਦੇ ਘੋੜੇ ਦੇ ਅੱਗੇ ਜਾ ਕੇ ਖਲੋ ਗਈ ਜੀ। ਹਾਂਜੀ, ਗੁਰੂ ਗਰੀਬ ਨਿਵਾਜ ਕਿਰਪਾਲਾ। ਤੇ ਬੋਲਦੀ ਤੇ ਉੱਚੇ ਸੁਰ 'ਚ ਹੀ ਜੀ ਉਹ। ਆਖੋ ਵਾਹਿਗੁਰੂ, ਉਹਦਾ ਸੁਰ ਹੀ ਉੱਚਾ ਹੈਗਾ ਜੀ। ਹਾਂਜੀ, ਕਹਿੰਦੀ ਗਰੀਬ ਨਵਾਜ ਸੱਚੇ ਪਾਤਸ਼ਾਹ। ਹਾਂਜੀ, ਪੁਰਵਹੁ ਸੁਤ ਕੀ ਆਸ ਵਿਸਾਲਾ। ਉਹ ਮੇਰੀ ਆਸ ਵੀ ਪੂਰੀ ਕਰ ਦਿਓ ਮਹਾਰਾਜ, ਮੈਨੂੰ ਵੀ ਬਚਨ ਕਰ ਦਿਓ ਪੁੱਤ ਹੋਣ ਦਾ। ਹਾਂਜੀ, ਜਸ ਸੁਨ ਚਲੀ ਦੂਰ ਤੇ ਆਈ। ਬੜੀ ਦੂਰੋਂ ਚੱਲ ਕੇ ਆਈ ਆ, ਤੁਹਾਡੀਆਂ ਸਿਫਤਾਂ ਸੁਣ ਸੁਣ ਕੇ ਆਈ ਆ। ਹਾਂਜੀ, ਤੁਮ ਸਮਰੱਥ ਕੀ ਮੈਂ ਸ਼ਰਨਾਈ। ਤੇ ਤੁਸੀਂ ਸਮਰੱਥ ਹੋ, ਹੁਣ ਮੈਂ ਤੁਹਾਡੇ ਚਰਨਾਂ 'ਚ ਆ ਗਈ ਆ। ਹਾਂਜੀ, ਮੁਸਕਾਵਤ ਸਤਿਗੁਰ ਤਬ ਪਿਖਿਓ। ਮਹਾਰਾਜ ਨੇ ਵੇਖਿਆ ਵੀ ਇਹ ਤੇ ਕੱਲ ਵਾਲੀ ਹੈਗੀ ਆ, ਹੈ ਉਹੀ ਬੀਬੀ ਰਾਣੀ ਹੈ। ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਉਹਦੇ ਵੱਲ ਵੇਖਣ ਲੱਗੇ ਜੀ। ਹਾਂਜੀ, ਤੋਹੇ ਭਾਗ ਮੈਂ ਨੈ ਸੁਤ ਲਿਖਿਓ। ਮਹਾਰਾਜ ਵੀ ਉੱਚੀ ਕਹਿੰਦੇ। ਮਹਾਰਾਜ ਕਹਿੰਦੇ, ਬੀਬਾ ਤੈਨੂੰ ਕੱਲ ਵੀ ਕਿਹਾ ਸੀ, ਤੇਰੀ ਕਿਸਮਤ 'ਚ ਨਹੀਂ ਲਿਖਿਆ, ਤੇਰੇ ਭਾਗਾਂ 'ਚ ਨਹੀਂ ਲਿਖਿਆ। ਹਾਂਜੀ, ਤਬ ਤ੍ਰੈ ਅਵਸਰ ਪਾਇਓ ਨੀਕਾ। ਤੇ ਫਿਰ ਉਹਨੂੰ ਮੌਕਾ ਮਿਲ ਗਿਆ ਜੀ ਗੱਲ ਕਰਨ ਦਾ ਜੀ। ਗੱਲ ਤੇ ਬੰਦਾ ਉਦੋਂ ਕਰੇ ਜਦੋਂ ਮੌਕਾ ਹੋਵੇ ਜੀ, ਬਿਨਾਂ ਮੌਕੇ ਤੋਂ ਗੱਲ ਐਵੇਂ ਹੀ ਰਹਿੰਦੀ ਹੈ ਜੀ। ਹਾਂਜੀ, ਚੱਲ ਆਗੇ ਹੋਏ ਪ੍ਰਭੂ ਨਜੀਕਾ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਥੋੜਾ ਜਿਹਾ ਅੱਗੇ ਹੋਏ ਤਾਂ ਫਿਰ ਅੱਗੇ ਹੋ ਗਈ ਜੀ। ਉਹਨੂੰ ਮੌਕਾ ਜੋ ਮਿਲ ਗਿਆ ਗੱਲ ਕਰਨ ਦਾ। ਹਾਂਜੀ, ਕਰ ਮੈਂ ਲਿਏ ਕਲਮ ਰੁਸ਼ਨਾਈ। ਹੱਥ ਵਿੱਚ ਕਲਮ ਹੈ, ਕਾਗਜ਼ ਹੈ, ਦਵਾਤ ਹੈ। ਹਾਂਜੀ, ਪਨੀ ਬਿਨੈ ਸੋ ਕਰ ਅਗਵਾਈ। ਇੰਜ ਤਾਂ ਕਰਕੇ ਤੇ ਬੇਨਤੀ ਕਰਨ ਲੱਗੀ ਜੀ। ਹਾਂਜੀ, ਇਤ ਉਤ ਲਿਖਣ ਹਾਰ ਹੋ ਰਾਵਰ। ਮਹਾਰਾਜ ਨਹੀਂ ਲਿਖਿਆ, ਪਰ ਲਿਖਣ ਵਾਲੇ ਤੇ ਤੁਸੀਂ ਹੋ ਨਾ। ਇੱਥੇ ਵੀ ਤੁਸੀਂ ਲਿਖਣਾ ਤੇ ਉੱਥੇ ਵੀ ਤੁਸੀਂ ਲਿਖਣਾ। ਹਾਂਜੀ, ਜੇ ਨਾ ਲਖੈ ਇਮ ਸੇ ਨਰ ਬਾਵਰ। ਜਿਹੜੇ ਇਹ ਗੱਲ ਨਹੀਂ ਸਮਝਦੇ ਉਹ دیਵਾਨੇ ਹੁੰਦੇ ਆ। ਲਿਖਣ ਵਾਲੇ ਤੇ ਤੁਸੀਂ ਹੋ। ਸੰਗਤ ਜੀ ਭਾਵਨਾ ਬਣਾਓ, ਸਭ ਕੁਝ ਲਿਖਣ ਵਾਲੇ ਗੁਰੂ ਗ੍ਰੰਥ ਸਾਹਿਬ ਨੇ। ਇਹਨਾਂ ਲਿਖਣਾ ਜੀ, ਇਹ ਵਹਿੰਦੇ ਆ ਕਿਹੜਾ ਕਿਹੋ ਜੀ ਭਾਵਨਾ ਲੈ ਕੇ ਬੈਠਾ ਜੀ ਇੱਥੇ। ਹਾਂਜੀ, ਤਹਿ ਨੈ ਲਿਖਿਓ ਆਪ ਨੇ ਜੀ। ਸੱਚੇ ਪਾਤਸ਼ਾਹ ਜੇ ਉੱਥੇ ਨਹੀਂ ਲਿਖਿਆ। ਹਾਂਜੀ, ਕਿਰਪਾ ਧਾਰ ਅਬ ਲਿਖ ਦਿਓ ਸੇ। ਇੱਥੇ ਲਿਖ ਦਿਓ, ਉਦੋਂ ਨਹੀਂ ਲਿਖਿਆ ਹੁਣ ਲਿਖ ਦਿਓ। ਹਾਂਜੀ,
ਬਿਕਸੇ ਪ੍ਰਭ ਜੁਗਤ ਕੋ ਜਾਨਾ। ਸੱਚੇ ਪਾਤਸ਼ਾਹ ਖੁਸ਼ ਹੋ ਗਏ ਜੀ ਉਹਦੀ ਗੱਲ ਸੁਣ ਕੇ। ਜਦੋਂ ਕਾਗਜ਼ ਕਲਮ ਅੱਗੇ ਕਰੇ, ਲਿਖੋ ਲਿਖੋ ਮੇਰੀ ਕਿਸਮਤ 'ਚ, ਲਿਖੋ ਮੇਰੀ ਕਿਸਮਤ 'ਚ। ਮਹਾਰਾਜ ਸਮਝ ਗਏ ਵੀ ਇਹਨੂੰ ਸਿਖਾ ਦਿੱਤਾ ਕਿਸੇ ਨੇ। ਆਖ ਵਾਹਿਗੁਰੂ। ਵਾਹਿਗੁਰੂ। ਇਹ ਸਿੱਖੀ ਆਈ ਹੈ ਕਿਸੇ ਦੀ ਜੀ। ਹਾਂਜੀ, ਤੇ ਗੁਰੂ ਘਰ ਤਾਂ ਹੈ ਹੀ ਸਕੂਲ ਸੰਗਤ ਦੀ, ਇੱਥੇ ਸਿੱਖਣਾ ਹੀ ਹੈ। ਹਾਂਜੀ, ਮਹਾਰਾਜ ਗਰੀਬ ਨਵਾਜ ਮੁਸਕਰਾ ਪਏ ਜੀ। ਹਾਂਜੀ, ਹੋਏ ਸੁਤ ਤੇਰੇ ਬਾਕ ਬਖਾਨਾ। ਮਹਾਰਾਜ ਨੇ ਭਜਨ ਕੀਤਾ, ਚੰਗਾ ਫਿਰ ਕਹਿੰਦੇ ਹੋ ਜਾਏਗਾ ਪੁੱਤ, ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਪੁੱਤ ਦੇ ਰਹੇ ਮਹਾਰਾਜ, ਬਚਨ ਕਰਨ ਦੇ, ਤੇ ਆਪਾਂ ਹੌਲੀ ਜੀ ਵਾਹਿਗੁਰੂ ਕਹਿਣਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਹੋ ਜਾਏਗਾ। ਹਾਂਜੀ ਸੁਨ ਦੇਸਾ ਕਹਿ ਦਿਓ ਪ੍ਰਤੀਤ। ਹਾਂਜੀ, ਲਿਖੋ ਗੁਰੂ ਤਬ ਹੋਏ ਥਿਰ ਚੀਤ। ਦੇਸਾ ਕਹਿੰਦੀ ਇੰਜ ਨਹੀਂ, ਹੁਣ ਲਿਖੋ ਮਹਾਰਾਜ, ਹੁਣ ਲਿਖੋ। ਐਦਾਂ ਨਹੀਂ ਭਰੋਸਾ ਵੱਜਣਾ, ਲਿਖ ਕੇ ਦਿਓ ਵੀ ਪੁੱਤ ਹੋਏਗਾ ਮਹਾਰਾਜ, ਲਿਖ ਕੇ ਦਿਓ। ਹਾਂਜੀ, ਪੇ ਪ੍ਰਸੰਨ ਗੁਰ ਲਿਖਨ ਸੋ ਲਾਗੇ। ਮਹਾਰਾਜ ਬੜੇ ਖੁਸ਼ ਹੋਏ ਜੀ। ਹਾਂਜੀ, ਇਹ ਸਿੱਖੀ ਹੋਈ ਹੈ ਕਿਸੇ ਦੀ ਗੱਲ। ਹਾਂਜੀ, ਚੇਤਾ ਰੱਖਿਓ, ਟ੍ਰੇਨਿੰਗ ਦੇਣ ਵਾਲਾ ਵੱਡਾ ਹੋਵੇ ਨਾ ਜੀ, ਤੇ ਫਿਰ ਬੱਚਾ ਭਾਵੇਂ ਨਲਾਇਕ ਹੀ ਹੋਵੇ, ਉਹ ਕਾਮਯਾਬ ਕਰ ਦਿੰਦਾ ਜੀ ਉਹਨੂੰ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਸਿੱਖੀ ਸਿਖਾਈ ਆਈ ਹੈ। ਹਾਂਜੀ, ਗਹੀ ਕਲਮ ਹੈ ਚਾਲਤ ਆਗੇ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਘੋੜੇ ਦੀ ਲਗਾਮ ਛੱਡ ਦਿੱਤੀ, ਤੇ ਇੱਕ ਹੱਥ 'ਚ ਕਾਗਜ਼ ਤੇ ਇੱਕ 'ਚ ਕਲਮ ਫੜ ਲਈ ਜੀ। ਹਾਂਜੀ, ਕਰਨ ਇਕਾਂਗ ਚਹਿਓ ਕਰ ਹਾਲਾ। ਉਹ ਜਦੋਂ ਮਹਾਰਾਜ ਗਰੀਬ ਨਵਾਜ ਚੱਲਣ ਲੱਗੇ ਜੀ, ਹਾਂਜੀ ਵਾਹਿਗੁਰੂ ਲਿਖਣ ਲੱਗੇ, ਘੋੜਾ ਚੱਲ ਪਿਆ ਜੀ। ਹਾਂਜੀ, ਸਾਤਾ ਲਿਖਿਓ ਗਇਓ ਤਿਸ ਕਾਲਾ। ਉਹ ਇਹੋ ਜੀ ਮਿਹਰ ਹੋਈ, ਲਿਖਣਾ ਤੇ ਇੱਕ ਸੀ ਪਰ ਲਿਖਿਆ 7 ਗਿਆ। ਆਖੋ, ਤੇ ਸਮਝੋ ਵੀ ਕਾਗਜ਼ ਤੇ ਨਹੀਂ ਲਿਖਿਆ ਗਿਆ, ਦੇਸਾਂ ਦੀ ਕਿਸਮਤ 'ਚ ਲਿਖਿਆ ਗਿਆ ਜੀ। ਉਹ ਕਾਗਜ਼ ਆਪਣੀ ਕਿਸਮਤ ਬਣਾ ਕੇ ਲੈ ਕੇ ਆਈ ਸੀ। ਇਹ ਕਾਗਜ਼ ਨਹੀਂ ਹੈ, ਮੇਰੀ ਕਿਸਮਤ ਹੈ, ਤੇ ਮਹਾਰਾਜ ਨੇ ਜੋ ਲਿਖਣਾ ਉਹ ਵਾਕਈ ਮਿਲ ਜਾਣਾ ਜੀ। ਇੱਕ ਸੀ ਲਿਖਣਾ, ਤੇ ਜਦੋਂ ਆਪਾਂ ਇੱਕ ਲਿਖਦੇ ਆ ਨਾ ਜੀ ਗੁਰਮੁਖੀ ਵਿੱਚ, ਤੇ ਥੱਲੋਂ ਡੰਡੀ ਐ ਜਾਣੀ ਜੀ, ਉਹ ਘੁੰਮ ਕੇ ਐ ਹੋ ਗਈ ਤਾਂ 7 ਬਣ ਗਿਆ ਜੀ। ਹਾਂਜੀ, ਭਇਓ ਅੰਕ ਸਤ ਗੁਰ ਟਿਗ ਹੀਰਾ। ਉਹ ਮਹਾਰਾਜ ਨੇ ਵੇਖਿਆ ਵੀ ਇਹ ਤਾਂ 7 ਲਿਖਿਆ ਗਿਆ ਜੀ। ਹਾਂਜੀ, ਬਹੁ ਪ੍ਰਸੰਨ ਬੋਲੇ ਤਿਸ ਬੇਰਾ। ਸੱਚੇ ਪਾਤਸ਼ਾਹ ਬਹੁਤੇ ਹੀ ਪ੍ਰਸੰਨ ਹੋਏ ਜੀ। ਫਿਰ ਮਹਾਰਾਜ ਗਰੀਬ ਨਵਾਜ ਘੋੜੇ ਤੇ ਬੈਠੇ ਮਾਈ ਵੱਲ ਵੇਖ ਕੇ ਬਚਨ ਕਰਦੇ ਆ। ਹਾਂਜੀ, ਇੱਕ ਸੁਤ ਹੇਤ ਗਹੀ ਸਰਨਾਈ। ਮਹਾਰਾਜ ਕਹਿੰਦੇ ਤੂੰ ਇੱਕ ਪੁੱਤ ਵਾਸਤੇ ਕਲਮ ਲੈ ਕੇ ਆਈ ਸੈਂ ਨਾ। ਹਾਂਜੀ, ਅੰਕ ਸਪਤ ਕੋ ਭਾਵ ਬਰਿਆਈ। ਪਰ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਬਦੋ ਬਦੀ 7 ਲਿਖੇ ਗਏ ਹੀ ਕਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਬਰਿਆਈ ਦਾ ਅਰਥ ਹੁੰਦਾ ਬਦੋ ਬਦੀ, ਬਦੋ ਬਦੀ 7 ਲਿਖੇ ਗਏ। ਇਹਦਾ ਭਾਵ ਲਿਖਿਓ, ਸਿੱਖ ਦੀ ਹੋ ਜੇ ਸੰਗਤ ਤੇ ਜ਼ਿੰਦਗੀ 'ਚ ਭਰੋਸਾ ਵੱਧ ਜਾਂਦਾ, ਤੇ ਔਕਾਤ ਨਾਲੋਂ ਵੀ ਬਹੁਤ ਕੁਝ ਜ਼ਿਆਦਾ ਮਿਲ ਜਾਂਦਾ ਜੀ। ਮੈਂ ਔਕਾਤ ਸ਼ਬਦ ਵਰਤਨੇ ਆ ਵੀ ਜਿਹਦੀ ਔਕਾਤ ਹੀ ਨਹੀਂ ਹੁੰਦੀ ਲੈਣ ਦੀ ਜੀ। ਮੇਰੇ ਵਰਗੇ ਗਰੀਬ ਬੰਦੇ ਜੀ, ਗੁਰੂ ਸਾਹਿਬ ਉਹ ਕੁਝ ਦੇ ਦਿੰਦੇ ਜੋ ਸੋਚਿਆ ਨਹੀਂ ਹੁੰਦਾ ਕਦੀ ਜੀ। ਸਿੱਖ ਦੀ ਹੋ ਜੇ ਸੰਗਤ ਤੇ ਜ਼ਿੰਦਗੀ 'ਚ ਬਣ ਜਾਏ ਗੁਰੂ ਤੇ ਭਰੋਸਾ, ਜੋ ਕਿਸਮਤ 'ਚ ਨਹੀਂ ਲਿਖਿਆ ਉਹਦੇ ਨਾਲੋਂ ਵੀ 7 ਗੁਣਾ ਵੱਧ ਮਿਲਦਾ ਜੀ। 7 ਗੁਣਾ ਵੱਧ ਮਿਲਦਾ। ਭਰੋਸਾ ਤੇ ਰੱਖੋ, ਭਰੋਸਾ ਰੱਖਿਆ ਕਰੋ। ਸਭ ਕੁਝ ਲਿਖਣ ਵਾਲੇ ਗੁਰੂ ਜੀ ਹਨ ਜੀ। ਹਾਂਜੀ, ਅਬ ਘਰ ਜਾਓ ਸਪਤ ਸੁਤ ਪਾਵਹਿ। ਮਹਾਰਾਜ ਕਹਿੰਦੇ ਹੁਣ ਘਰ ਜਾ ਤੇ ਤੇਰੇ ਘਰ ਸਮੇਂ ਨਾਲ 7 ਪੁੱਤ ਪੈਦਾ ਹੋਣੇ, 7 ਪੁੱਤ। ਹਾਂਜੀ, ਭਈ ਆਸ ਪੂਰੀ ਜਿਤ ਆਵਹਿ। ਮਹਾਰਾਜ ਕਹਿੰਦੇ ਜਿਸ ਆਸ ਨੂੰ ਲੈ ਕੇ ਤੂੰ ਆਈ ਸੈਂ ਗੁਰੂ ਘਰ, ਤੇਰੀ ਆਸ ਪੂਰੀ ਹੋ ਗਈ। ਹਾਂਜੀ, ਸੁਣ ਦੇਸਾ ਉਰ ਆਨੰਦ ਬਿਲੰਦ। ਇਹ ਸੁਣ ਕੇ ਮਾਈ ਦੇਸਾਂ ਬਹੁਤੇ ਹੀ ਆਨੰਦ ਚ ਹੋ ਗਈ।
ਉਹ ਤੇ ਨਿਹਾਲ ਹੋ ਗਈ ਜੀ। ਉਹ ਕਹਿੰਦੇ ਨਾ ਵੀ ਮੈਨੇ ਮਾਂਗਾ ਤਾਂ ਫੂਲ ਤੇ ਗੁਲਸਤਾਂ ਮਿਲ ਗਿਆ, ਤੇ ਮਾਂਗੀ ਥੀ ਬੂੰਦ ਮਗਰ ਸਾਗਰ ਹੀ ਮਿਲ ਗਿਆ। ਹਾਂਜੀ। ਧੰਨ ਗੁਰੂ ਕਹਿ ਨਮੈ ਸੁਬੰਦ। ਤੇ ਫਿਰ ਜਾਣ ਲੱਗੀ ਹੱਥ ਜੋੜ ਕੇ ਕਹਿੰਦੀ, ਗੁਰੂ ਜੀ ਤੁਸੀਂ ਧੰਨ ਹੋ, ਸੱਚੇ ਪਾਤਸ਼ਾਹ ਇੰਨੀ ਮਿਹਰ, ਇੰਨੀ ਮਿਹਰ, ਭਾਵਨਾ ਰੱਖਿਆ ਕਰੋ। ਆ ਹੱਥ ਦੀਆਂ ਲਕੀਰਾਂ 'ਚ ਕੱਖ ਨਹੀਂ ਚ ਹੈਗਾ ਜੀ, ਇਹ ਬਦਲਦੀਆਂ ਰਹਿੰਦੀਆਂ। ਅਸੀਂ ਜੋਤਿਸ਼ਾਂ ਨੂੰ ਵਿਖਾ ਵਿਖਾ ਪੁੱਛਦੇ ਰਹਿੰਦੇ ਹਾਂ। ਚੇਤਾ ਰੱਖਿਓ, ਜਦੋਂ ਗੁਰੂ ਲਿਖਣ ਤੇ ਆਵੇ ਫਿਰ ਪਰਾਂ ਰਹਿ ਜਾਂਦੀਆਂ ਜੀ, ਇਹ ਗੱਲਾਂ ਪਰਾਂ ਰਹਿ ਜਾਂਦੀਆਂ ਜੀ। ਮਹਾਰਾਜ ਦੂਣਾ ਕੀ 7 ਗੁਣਾ ਵੱਧ ਦਿੰਦੇ ਜੀ। ਮੈਂ ਇੱਕ ਭਾਵਨਾ ਵਾਲੇ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ ਗੁਰੂ ਸਾਹਿਬ ਦਾ ਘੋੜਾ ਗੁਰੂ ਜੀ ਦੀ ਮਰਜ਼ੀ ਤੋਂ ਬਗੈਰ ਤੁਰ ਪਏ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ ਵੀ ਗੁਰੂ ਦਾ ਘੋੜਾ ਹੋਵੇ ਆਪਣੀ ਮਰਜ਼ੀ ਨਾਲ ਹੀ ਤੁਰ ਪਏ। ਅਸਲ 'ਚ ਮਹਾਰਾਜ ਵੈਸੇ ਹੀ ਘੋੜੇ ਨੂੰ ਵਡਿਆਈ ਦੇ ਦਿੰਦੇ ਆ ਵੀ ਘੋੜਾ ਤੁਰ ਪਿਆ ਤੇ 7 ਲਿਖਿਆ ਗਿਆ। ਉਹਦੀ ਸ਼ਰਧਾ ਵੇਖ ਕੇ ਦੇਣੇ ਹੀ 7 ਸਨ, ਕਹਿੰਦੇ ਦੇਣੇ ਹੀ 7 ਸੀਗੇ। ਉਹਦੀ ਸ਼ਰਧਾ ਵੇਖ ਕੇ ਨਾ ਦੇਣੇ ਹੀ 7 ਸੀ। ਤੇਰੀ ਭਰੋਸਾ ਇੰਨਾ, ਤੂੰ ਕਲਮ ਲੈ ਆਈ ਹੈ, ਕਾਗਜ਼ ਹੀ ਲੈ ਆਈ ਹੈ, ਉਹਦੀ ਸ਼ਰਧਾ ਵੇਖ ਕੇ। ਪਰ ਇਹ ਸਿੱਖਿਆ ਮਿਲੀ ਕਿੱਥੋਂ ਜੀ? ਭਾਈ ਗੁਰਦਾਸ ਜੀ ਦੀ ਸੰਗਤ ਕਰਕੇ, ਉਹਨਾਂ ਦੀ ਪ੍ਰੇਰਣਾ ਦੇ ਨਾਲ। ਇਸੇ ਕਰਕੇ ਗੁਰੂ ਸਾਹਿਬ ਬਾਣੀ 'ਚ ਲਿਖਦੇ, ਸੰਗਤ ਕੋ ਗੁਣ ਬਹੁਤ ਅਧਿਕਾਈ। ਸੰਗਤ ਚਾਹੀਦੀ, ਉੱਤਮ ਸੰਗਤ ਉੱਤਮ ਹੋਵੇ। ਸੰਗਤ ਬੰਦੇ ਨੂੰ ਉਗਤੀਆਂ ਜੁਗਤੀਆਂ ਜਾਚ ਸਿਖਾ ਦਿੰਦੀ ਹੈ ਜੀ। ਹਾਂਜੀ। ਲੈ ਕਰ ਬਰ ਕੋ ਘਰੈ ਸਿਧਾਰੀ। ਧੰਨ ਗੁਰੂ ਕੈ ਨਮਹਿ ਸੋ ਬੰਦ। ਧੰਨ ਧੰਨ ਕਹਿੰਦੀ ਹੋਈ ਮੱਥਾ ਟੇਕਣ ਦੇ ਹੱਥ ਜੋੜੀਏ, ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ। ਜੋ ਮੰਗਣਾ ਮੰਗੋ ਮਹਾਰਾਜ ਕੋ, ਤੇ ਮਹਾਰਾਜ ਨੂੰ ਕਹੋ ਵੀ ਜੇ ਨਹੀਂ ਵੀ ਲਿਖਿਆ ਤਾਂ ਲਿਖ ਦਿਓ। ਲਿਖਣ ਵਾਲੇ ਕੌਣ ਹੈ? ਮਹਾਰਾਜ ਤੁਸੀਂ ਹੋ ਨਾ। ਬਸ ਸਾਡੀ ਸ਼ਰਧਾ ਹੀ ਨਹੀਂ ਹੁੰਦੀ ਜੀ। ਸ਼ਰਧਾ ਨਹੀਂ ਹੁੰਦੀ ਤਾਂ ਬੰਦਾ ਖਾਲੀ ਰਹਿੰਦਾ। ਰੱਖੇ ਭਾਵਨਾ, ਗੁਰੂ ਸਾਹਿਬ ਲਿਖਣ ਵਾਲੇ ਹੈ, ਲਿਖ ਦਿਓ। ਤੇ ਫਿਰ ਮਹਾਰਾਜ ਲਿਖ ਵੀ ਦਿੰਦੇ ਆ ਜੀ, ਲਿਖ ਦਿੰਦੇ ਆ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਬਸ ਆਪਾਂ ਧੰਨ ਧੰਨ ਕਹਿਣਾ, ਭਰੋਸਾ ਰੱਖਣਾ, ਸ਼ਰਧਾ ਰੱਖਣੀ ਹੈ ਗੁਰੂ ਜੀ ਦੇ ਉੱਤੇ। ਇਹ ਭਾਈ ਸੰਤੋਖ ਸਿੰਘ ਜੀ ਨੇ ਇੰਜ ਪ੍ਰਸੰਗ ਲਿਖਿਆ। ਤੇ ਉਂਝ ਇਹ ਘਟਨਾ ਜਿਹੜੀ ਹੈ, ਜੋ ਅਸਥਾਨ ਬਣਿਆ, ਜਦੋਂ ਤਰਨ ਤਾਰਨ ਨੂੰ ਜਾਈਏ, ਟਾਹਲਾ ਸਾਹਿਬ ਦੇ ਸਾਹਮਣੇ ਪਾਸੇ ਅਸਥਾਨ ਬਣਿਆ ਜੀ। ਇੱਥੇ ਪੱਟੀ ਦਾ ਜ਼ਿਕਰ ਆਇਆ, ਉੱਥੇ ਦੱਸਦੇ ਵੀ ਮਾਤਾ ਚੱਬੇ ਦੀ ਸੀ, ਨਾਮ ਉਹਦਾ ਸੁਲੱਖਣੀ ਸੀ। ਹੋ ਸਕਦਾ ਪਹਿਲਾ ਨਾਮ ਦੇਸਾ ਹੋਵੇ ਜੀ। 7 ਪੁੱਤਰਾਂ ਵਾਲੀ ਮਹਾਰਾਜ ਨੇ ਕਿਹਾ ਤਾਂ ਸੁਲੱਖਣੀ ਨਾਮ ਹੋ ਗਿਆ ਜੀ। ਹਾਂਜੀ, ਇਹ ਵੀ ਬਖਸ਼ਿਸ਼ ਹੋ ਸਕਦੀ ਹੈ ਜੀ। ਸਾਨੂੰ ਇੱਕ ਬੀਬੀ ਮਿਲੀ ਪੁਲਿਸ ਵਾਲੀ ਦੀ, ਪਿੱਛੇ ਜੇ ਉਹਦੇ ਕੋਲ ਮੈਂ ਬਹਿ ਗਿਆ ਬਸ ਜੀ। ਉਹ ਤੇ ਕਹਿੰਦੀ ਮੈਨੂੰ ਜੋ ਮਿਲਿਆ ਉੱਥੋਂ ਹੀ ਮਿਲਿਆ ਜੀ। ਹਾਂਜੀ, ਮਹਾਰਾਜ ਜੀ ਦੇ ਅਸਥਾਨ ਤੋਂ ਨਾ ਜੀ, ਸਤਲਾਣੀ ਸਾਹਿਬ ਨਾਮ ਤੇ ਉੱਥੋਂ ਦਾ ਜੀ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਜੀ। ਮਹਾਰਾਜ ਉੱਥੋਂ ਮਿਲਿਆ ਮੈਨੂੰ, ਕਹਿੰਦੀ ਸਾਰਾ ਕੁਛ ਗੁਰੂ ਜੀ ਨੇ ਉੱਥੋਂ ਦਿੱਤਾ ਮੈਨੂੰ ਸਾਰਾ ਕੁਝ। ਧੰਨ ਛੇਵੇਂ ਪਾਤਸ਼ਾਹ, ਧੰਨ ਛੇਵੇਂ ਪਾਤਸ਼ਾਹ, ਧੰਨ ਛੇਵੇਂ ਪਾਤਸ਼ਾਹ ਕਰੀ ਜਾਂਦੀ ਜੀ ਉਹ ਜੀ। ਹਾਂਜੀ।
ਲੈ ਕਰ ਬਰ ਕੋ ਕਰੈ ਸਿਧਾਰੀ। ਵਾਰ ਲੈ ਕੇ ਫਿਰ ਆਪਣੇ ਘਰ ਗਈ ਦੀ ਉਹ ਜੀ। ਹਾਂਜੀ, ਜਹ ਕਹਿ ਕਹਿ ਕਿਤ ਵਿਸਤਾਰੀ। ਜਿੱਥੇ ਕਿੱਥੇ ਲੋਕਾਂ ਨੂੰ ਦੱਸਿਆ, ਵੇ ਲੋਕੋ ਭਟਕਦੇ ਫਿਰਦੇ ਤੇ ਕਿਸਮਤਾਂ ਲਿਖਣ ਵਾਲੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ। ਜੋ ਨਹੀਂ ਵੀ ਲਿਖਿਆ ਉਹ ਵੀ ਲਿਖ ਦਿੰਦੇ ਜੇ, ਇੱਥੇ ਉੱਥੇ ਉਹਨਾਂ ਨੇ ਹੀ ਲਿਖਣਾ ਜੇ। ਹਾਂਜੀ, ਸ਼੍ਰੀ ਹਰਗੋਬਿੰਦ ਚੰਦ ਬਿਲੰਦੇ। ਉਧਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅਖੇਰ ਬਿਰਤੀ ਆਨੰਦੇ। ਤੇ ਮਹਾਰਾਜ ਸ਼ਿਕਾਰ ਖੇਡਣ ਦੀ ਬਿਰਤੀ ਬਣਾ ਕੇ ਦਰਗਾਹ ਦੇ ਮਾਲਕ ਖੁਦ ਰੱਬ ਧਰਤੀ ਤੇ ਆਏ। ਖੁਦ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਆਨੰਦ ਨਾਲ ਸ਼ਿਕਾਰ ਖੇਡ ਰਹੇ ਨੇ ਜੀ। ਹਾਂਜੀ, ਉਬਟ ਜਿਤ ਦਿਸ਼ ਕਣੀ ਨਿਹਾਰੀ। ਹਾਂਜੀ, ਗਈ ਤਹਾਂ ਪ੍ਰਭ ਕੀ ਅਸਵਾਰੀ। ਤੇ ਗਰੀਬ ਨਵਾਜ ਉਸ ਪਾਸੇ ਗਏ ਜਿੱਥੇ ਸੰਘਣਾ ਜੰਗਲ ਸੀਗਾ ਜੀ। ਸੰਘਣਾ ਜੰਗਲ ਸੀਗਾ। ਅੱਗੋਂ ਪ੍ਰਸੰਗ ਨਵਾਂ ਆਰੰਭ ਹੁੰਦਾ, ਉਹ ਆਪਾਂ ਕੱਲ ਨੂੰ ਸੁਣਾਂਗੇ। ਸੰਗਤ ਜੀ ਭਾਵਨਾ ਬਣਾਇਆ ਕਰੋ, ਬੈਠੋ ਮਹਾਰਾਜ ਅੱਗੇ ਝੋਲੀ ਅੱਡ ਕੇ। ਮਹਾਰਾਜ ਅਸੀਂ ਨਾਮ ਨਹੀਂ ਜਪਦੇ, ਨਹੀਂ ਜਪਦੇ ਜਿੰਨਾ ਤੁਸੀਂ ਕਹਿੰਦੇ ਹੋ। ਸਾਡੇ ਕੋਲ ਓਨਾ ਜਪਿਆ ਨਹੀਂ ਜਾਂਦਾ, ਓਨਾ ਜਪਿਆ ਨਹੀਂ ਜਾਂਦਾ। ਪਰ ਮਹਾਰਾਜ ਸੱਚ ਇਹ ਮਨੋ ਮਹਾਰਾਜ ਨੂੰ ਕਹੋ, ਇਹ ਦਾਤਾਂ ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਸਤਿਗੁਰੂ ਜੀ ਇਹ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਦਾਤ ਝੋਲੀ 'ਚ ਪਾ ਦਿਓ। ਭਰੋਸਾ ਬਣਾਓ ਨਾ ਆਪਣਾ। ਗੱਲ ਭਰੋਸੇ ਦੀ ਹੈ। ਕੀ ਗੁਰੂ ਹਰਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਫਰਕ ਹੈ ਜੀ? ਇਹ ਦੱਸੋ। ਗੁਰੂ ਹਰਗੋਬਿੰਦ ਸਾਹਿਬ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ 'ਚ ਕੋਈ ਫਰਕ ਹੈ ਜੀ? ਬੋਲ ਕੇ ਤਾਂ ਮੈਨੂੰ ਇੰਝ ਲੱਗਦਾ ਵੀ ਜਿਵੇਂ ਤੁਸੀਂ ਸਮਝਦੇ ਵੀ ਹੈਗਾ। ਹਾਂਜੀ, ਨਹੀਂ ਹੈਗਾ ਤੇ ਫਿਰ ਮਹਾਰਾਜ ਨੂੰ ਕਹੋ ਸੱਚੇ ਪਾਤਸ਼ਾਹ ਸਾਡੀਆਂ ਵੀ ਝੋਲੀਆਂ ਭਰੋ। ਸੱਚੇ ਪਾਤਸ਼ਾਹ ਸਾਡੀ ਝੋਲੀ ਵੀ ਭਰੋ। ਅਸੀਂ ਵੀ ਤੁਹਾਡੇ ਗਰੀਬੜੇ ਜਿਹੇ ਸਿੱਖ ਹੈਗੇ ਆ। ਸਾਡੇ ਤੇ ਮਿਹਰ ਕਰ ਦਿਓ, ਸਾਡੇ ਤੇ ਬਖਸ਼ਿਸ਼ ਕਰ ਦਿਓ, ਸਾਡੇ ਤੇ ਕਿਰਪਾ ਕਰ ਦਿਓ। ਆਸ ਰੱਖੀ ਹੈ ਵਸਤੂ, ਪਤਾ ਨਹੀਂ ਸਾਡੇ ਭਾਗਾਂ 'ਚ ਹੈਗੀ ਤੇ ਨਹੀਂ ਹੈਗੀ, ਪਰ ਤੁਹਾਡੇ ਤੇ ਆਸ ਹੈਗੀ, ਇਹਦਾ ਮਤਲਬ ਹੈਗੀ ਹੈ। ਤੁਸੀਂ ਲਿਖ ਦੇਣੀ ਹੈ। ਹਾਂਜੀ, ਸਾਡੇ ਇੰਨੇ ਵੱਡੇ ਗੁਰੂ ਜੀ, ਤੇ ਜੇ ਸਾਡੀਆਂ ਇੱਛਾਵਾਂ ਹੀ ਨਾ ਪੂਰੀਆਂ ਹੋਈਆਂ ਤਾਂ ਫਿਰ ਆਪਾਂ ਕਿਵੇਂ ਕਹਾਂਗੇ ਗੁਰੂ ਜੀ ਵੱਡੇ ਨੇ? ਬੜੇ ਵੱਡੇ ਨੇ ਗੁਰੂ ਜੀ, ਬਹੁਤ ਵੱਡੇ ਨੇ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਜਿੱਥੇ ਤੁਸੀਂ ਸੰਗਤਾਂ ਸਾਰੇ ਆ ਕੇ ਬੈਠੇ ਹੋ, ਗੁਰਦਾਸਪੁਰ ਤੋਂ ਭਾਈ ਸੁਖਜਿੰਦਰ ਸਿੰਘ ਜੀ ਆਏ ਨੇ। ਇਹ ਦੁਪਹਿਰ ਦੇ ਮੇਰੇ ਕੋਲ ਆਏ ਜੀ, ਬੱਸੇ ਆਏ ਜੀ। ਤੇ ਇਹਨਾਂ ਨੇ ਨੈੱਟ 'ਤੇ ਕਥਾ ਸੁਣਦੇ ਹੁੰਦੇ ਜੀ। ਤੇ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਚਲੇ ਗਏ ਜੀ ਭੁਲੇਖੇ ਨਾਲ। ਤੇ ਫਿਰ ਉਹਨਾਂ ਦੱਸਿਆ ਤੇ ਇੱਥੇ ਆਏ ਜੀ। ਤੇ ਦੁਪਹਿਰੇ ਆਏ ਲਗਭਗ 2, ਸਵਾ 2 ਦੇ ਨੇੜੇ ਤੇੜੇ। ਮੈਂ ਕਿਹਾ ਜੀ ਕਥਾ ਦੇ ਵਿੱਚ ਆਓ। ਕਹਿੰਦੇ ਜੀ ਫਿਰ ਕਥਾ ਸੁਣ ਕੇ ਹੀ ਜਾਵਾਂਗੇ ਜੀ। ਦੁਪਹਿਰ ਦੇ ਬੈਠੇ ਜੇ ਸਾਡੇ ਕੋਲ ਆ ਕੇ। ਹਾਂਜੀ, ਗੁਰੂ ਜੀ ਦੀ ਮਿਹਰ ਕਿਰਪਾ। ਅੰਦਰ ਚਾਹ ਕੁਝ ਮਿਲਦਾ ਫਿਰ ਹੀ ਬੰਦਾ ਸੁਣਦਾ ਜੀ ਗੁਰੂ ਜੀ ਦਾ ਜਸ ਜੀ। ਹਾਂਜੀ, ਤੇ ਧੰਨ ਸਾਡੀਆਂ ਸੰਗਤਾਂ। ਇਹ 7:30 ਵੀ ਟਾਈਮ ਨਾਲ ਨਹੀਂ ਆਉਂਦੀਆਂ ਜੀ। ਔਰ ਤਾਂ ਮੈਂ 10 ਮਿੰਟ ਲੇਟ ਹੀ ਆਉਣਾ ਜੀ। ਕੋਈ ਗੱਲ ਨਹੀਂ, ਅਜੇ ਕੱਲ੍ਹ ਵਾਲਾ ਹੀ ਸੁਣਾਉਣਾ ਉਹਨੇ। ਜਦ ਉਹਨੂੰ ਨਵਾਂ ਸੁਣਾਉਣਾ ਉਹਨੂੰ ਅਸੀਂ ਪਹੁੰਚ ਜਾਣਾ ਜੀ। ਇੱਦਾਂ ਨਾ ਕਰਿਆ ਕਰੋ, ਆ ਕੇ ਪਹਿਲਾਂ ਬੈਠਿਆ ਕਰੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਜੇ ਕੁਝ ਖੱਟਣਾ ਆਪਾਂ ਜੀ, ਗੁਰੂ ਗ੍ਰੰਥ ਸਾਹਿਬ ਸਭ ਕੁਝ ਦੇ ਦਿੰਦੇ ਜੀ। ਗੁਰੂ ਗ੍ਰੰਥ ਸਾਹਿਬ ਸਭ ਕੁਝ ਦਿੰਦੇ ਜੀ। ਮੈਂ ਭਾਈ ਰਣਧੀਰ ਸਿੰਘ ਜੀ ਉਹਨਾਂ ਦਾ ਜੀਵਨ ਪੜ੍ਹ ਰਿਹਾ ਸਾਂ। ਗੁਰੂ ਗ੍ਰੰਥ ਸਾਹਿਬ ਤੋਂ ਸਭ ਕੁਝ ਮਿਲਿਆ ਜੀ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਜੀ ਤੋਂ ਸਭ ਕੁਝ ਮਿਲਿਆ। ਬਸ ਇਹੋ ਹੀ ਹੈ, ਸਾਡੀ ਭਾਵਨਾ ਉਹੋ ਜਿਹੀ ਨਹੀਂ ਵੱਜਦੀ। ਸਤਿਗੁਰੂ ਜੀ ਕਿਰਪਾ ਕਰਨ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਰੂਪ ਨੇ, ਉਹ ਰੂਪ ਨੇ। ਭਾਵਨਾ ਬਣਾਇਆ ਕਰੀਏ ਸਭ ਕੁਝ ਮਿਲਦਾ। ਇਹ ਸਾਖੀ ਤਾਂ ਬਹੁਤ ਸਾਰਿਆਂ ਨੂੰ ਧੀਰਜ ਦੇ ਦਿੰਦੀ ਜੀ। ਕੁਝ ਨਹੀਂ ਵੀ ਕਿਸਮਤ 'ਚ, ਗੱਲ ਤੇ ਕਿਸਮਤ ਦੀ ਹੈ ਨਾ। ਕੋਈ ਬੰਦਾ ਗਰੀਬ ਕਹਿੰਦੇ ਉਹਦੀ ਕਿਸਮਤ ਹੀ ਇਹੋ ਜਿਹੀ ਹੈ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਵੇ ਉਹਦੀ ਕਿਸਮਤ ਬਦਲ ਜਾਂਦੀ ਜੇ, ਕਿਸਮਤ ਬਦਲ ਜਾਂਦੀ ਹੈ। ਪਾਕਿਸਤਾਨ ਦੀ ਘਟਨਾ ਜੀ। ਇੱਕ ਹਿੰਦੂ ਬੰਦਾ ਘਰੋਂ, ਵਾਹਿਗੁਰੂ, ਮੁਸਲਮਾਨ ਬੰਦਾ ਜੀ, ਗਰੀਬ ਬਹੁਤ, ਤੇ ਛੱਡ ਕੇ ਆ ਗਿਆ ਪਰਿਵਾਰ ਸਾਰੇ ਨੂੰ। ਖਾਣ ਨੂੰ ਰੋਟੀ ਪਾਣੀ ਨਹੀਂ ਸੀ ਹੈਗਾ। ਗੁਰਦੁਆਰੇ ਝਾੜੂ ਫੇਰਨ ਲੱਗ ਪਿਆ ਜੀ ਆ ਕੇ। ਤੇ ਗੁਰੂ ਘਰ ਜੀ ਦੇ ਗ੍ਰੰਥੀ ਸਿੰਘ ਨੇ ਵੇਖਿਆ ਕਿ ਇਹ ਬੜੀ ਨੇਚਾ ਨਾਲ ਝਾੜੂ ਫੇਰਦਾ। ਉਹਨੂੰ ਪੁੱਛਿਆ ਵੀ ਦੱਸ ਕੀ ਗੱਲ। ਕਹਿੰਦਾ ਗਰੀਬੀ ਬੜੀ ਹੈਗੀ ਆ, ਇੱਥੇ ਝਾੜੂ ਫੇਰੀਦਾ, 2 ਟਾਈਮ ਦੀ ਰੋਟੀ ਤਾਂ ਮਿਲਦੀ ਨਾ। ਕਹਿੰਦਾ ਘਰ ਤੇ ਉਹ ਵੀ ਨਹੀਂ ਮਿਲਦੀ। ਉਹ ਕਹਿੰਦੇ ਵੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆ ਕੇ ਝਾੜੂ ਫੇਰਦਾ, ਸਾਰੀ ਬਾਣੀ ਤਾਂ ਤੈਨੂੰ ਯਾਦ ਨਹੀਂ ਹੋਣੀ। ਆ ਇੱਕ ਪੰਗਤੀ ਲੈ, ਤੇਰਾ ਜਾਪ ਕਰਿਆ ਕਰ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਝਾੜੂ ਫੇਰੀ ਜਾਇਆ ਕਰ। ਹੁਣ ਮੈਨੂੰ ਸ਼ਬਦ ਜਾਂ ਪੁੱਛਾਂ ਦੇਣ ਵਾਲਾ ਬਾਬਾ ਨਾ ਸਮਝ ਲਿਓ, ਮਿੰਟ 'ਚ ਸੂਈ ਉੱਧਰ ਲੈ ਜਾਣੀ ਕਈਆਂ ਨੇ। ਮੈਂ ਤਾਂ ਦੱਸਣਿਆ। ਉਹ ਗ੍ਰੰਥੀ ਸਿੰਘ ਜੀ ਨੇ ਕਹਿ ਤਾ ਜੀ, ਤੇ ਚਲੋ ਜੀ ਉਹਨੇ ਝਾੜੂ ਫੇਰਨਾ, ਬਰਤਨ ਸਾਫ਼ ਕਰਨੇ। ਸੇਵਾ ਕਰ ਕਰਕੇ ਮਨ ਦੀ ਮੈਲ ਥੋੜ੍ਹੀ ਬਹੁਤੀ ਉਤਰੀ ਸੀਗੀ। ਬਾਣੀ ਉਹਦੇ ਮਨ 'ਤੇ ਅਸਰ ਕਰਨ ਲੱਗ ਪਈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ। ਪੜ੍ਹੀ ਗਿਆ, ਪੜ੍ਹੀ ਗਿਆ, ਪੜ੍ਹੀ ਗਿਆ। ਉੱਥੇ ਹੀ ਇੱਕ ਬਹੁਤ ਅਮੀਰ ਰਈਦ ਬੰਦਾ ਹੁੰਦਾ ਸੀਗਾ ਜੀ। ਉਹਨੇ ਵੇਖਿਆ ਇਹ ਬੰਦੇ ਨੂੰ ਨੌਕਰੀ ਚਾਹੀਦੀ ਹੈ। ਉਹਨੇ ਰੱਖ ਲਿਆ ਉਹਨੂੰ ਨੌਕਰੀ ਤੇ, ਲੈ ਗਿਆ ਜੀ ਆਪਣੇ ਘਰ। ਹਾਂਜੀ, ਉਹਦੀ ਇਮਾਨਦਾਰੀ ਵੇਖੀ ਜੀ। ਉਹ ਰਈਦ ਬੰਦਾ ਮਰਨ ਤੋਂ ਪਹਿਲਾਂ ਸਾਰੀ ਜਾਇਦਾਦ ਹੀ ਉਹਨੂੰ ਲਿਖ ਗਿਆ ਜੀ। ਹਾਂਜੀ, ਬਾਣੀ ਦਾ ਪ੍ਰਤਾਪ ਜੀ। ਜਿਹਨੂੰ ਰੋਟੀ ਨਹੀਂ ਨਾ ਜੀ ਮਿਲਦੀ, ਉਹਨੂੰ ਜਾਇਦਾਦ ਮਿਲ ਗਈ ਜੀ। ਬਿਨਾਂ ਕਮਾਈ ਜੀ, ਬਿਨਾਂ ਜਾਇਦਾਦ ਜੋੜੀ ਉਹਨੂੰ ਮਿਲ ਗਈ, ਉਂਝ ਹੀ ਮਿਲ ਗਈ ਜੀ। ਗੁਰੂ ਜੀ ਦੀ ਬਾਣੀ ਦਾ ਪ੍ਰਤਾਪ ਸੁਣ ਲਓ। ਥੋੜੇ ਦਿਨਾਂ ਬਾਅਦ ਉਹ ਆਇਆ, ਚੰਗੀ ਉਸ ਜ਼ਮਾਨੇ ਦੀ ਬੈਲ ਗੱਡੀ ਤੇ ਆਇਆ ਜੀ। ਚੰਗੀ ਬੈਲ ਗੱਡੀ ਉਹਦੀ ਆਪਣੀ। ਗ੍ਰੰਥੀ ਸਿੰਘ ਜੀ ਵੇਖ ਕੇ ਬੜੇ ਖੁਸ਼ ਹੋਏ, ਤੇ ਉਹਨੇ ਗ੍ਰੰਥੀ ਸਿੰਘ ਜੀ ਨੂੰ ਮੱਥਾ ਟੇਕਿਆ। ਕਹਿੰਦਾ ਜੀ ਤੁਸੀਂ ਬਾਣੀ ਦਿੱਤੀ, ਬਾਣੀ ਦਾ ਪ੍ਰਤਾਪ ਹੈ। ਮੈਂ ਗਰੀਬ ਬੰਦਾ, ਰੋਟੀ ਦੀ ਫਿਕਰ ਸੀ, ਇੱਥੇ ਗੁਰੂ ਘਰ ਝਾੜੂ ਫੇਰਦਾ ਰਿਹਾ। ਅੱਜ ਜਾਇਦਾਦ ਦੀ ਸਾਰੀ ਉਹਨੇ ਮੇਰੇ ਨਾਲ ਲਿਖਤੀ। ਮਾਇਆ ਤੇ ਬੜੀ ਮਿਲ ਗਈ, ਹੁਣ ਅੰਦਰ ਦਾ ਸੁੱਖ ਚਾਹੀਦਾ, ਅੰਦਰ ਦਾ ਸੁੱਖ ਚਾਹੀਦਾ, ਤੇ ਕਿਰਪਾ ਕਰ ਦਿਓ। ਉਹ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ। ਉਹ ਮਹਾਰਾਜ ਦੇ ਚਰਨਾਂ 'ਚ ਆਇਆ, ਗੁਰੂ ਜੀ ਦੇ ਚਰਨਾਂ 'ਚ ਬਿਠਾ ਕੇ ਕਹਿੰਦੇ ਗੁਰੂ ਜੀ ਦੀ ਇੱਕ ਪੰਗਤੀ ਨੇ ਤੈਨੂੰ ਮੰਗਤੇ ਤੋਂ ਰਾਜਾ ਬਣਾਇਆ। ਇੱਕ ਪੰਗਤੀ ਨੇ ਮੰਗਤੇ ਤੋਂ ਰਾਜਾ ਬਣਾ ਦਿੱਤਾ। ਹੁਣ ਅਗਲਾ ਕੰਮ ਕਰ, ਅਗਲੀ ਪੰਗਤੀ ਪੜ੍ਹਿਆ ਕਰ, ਅੰਦਰ ਦਾ ਸੁੱਖ ਵੀ ਮਿਲ ਜਾਏਗਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ
ਤਤ ਬੁੱਧ ਕਹਿੰਦੇ ਹੁਣ ਇਹ ਜਪ ਲਿਆ ਕਰ। ਉਹਨੇ ਸ਼ੁਰੂ ਕੀਤਾ ਜੀ। ਹਾਂਜੀ, ਉਹਦੀ ਅਵਸਥਾ ਸੰਤਾਂ ਵਾਲੀ ਬਣ ਗਈ ਜੀ, ਭਗਤਾਂ ਵਾਲੀ ਬਣ ਗਈ ਜੀ। ਉਹਨੇ ਫਿਰ ਅੱਗਿਓਂ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕੀਤਾ, ਜਾਇਦਾਦ ਨਾਲ ਗਰੀਬਾਂ ਦਾ ਭਲਾ ਕੀਤਾ ਜੀ ਉਹਨੇ ਜੀ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਆ ਕੇ ਝਾੜੂ ਮਾਰਦਾ, ਮਹਾਰਾਜ ਕਰਦੇ ਕਿ ਨਹੀਂ ਭਲਾ ਜੀ ਉਹਦਾ? ਫਿਰ ਭਾਵੇਂ ਕਿਸੇ ਰਾਹੀਂ ਵਰਤ ਕੇ ਕਰ ਦੇਣਾ। ਚਲੇ ਤੇ ਮਾਈ ਵੀ ਗਈ ਸੀ ਨਰਾਸੀ, ਪਰ ਭਾਈ ਗੁਰਦਾਸ ਜੀ ਮਿਲ ਗਏ ਜੀ। ਕਿਸੇ ਦੇ ਰਾਹੀਂ ਵਰਤ ਕੇ ਕਰ ਦੇਣ, ਕਰਨਗੇ ਜ਼ਰੂਰ ਮੇਰੇ ਮਾਲਕ। ਇੱਥੋਂ ਸਭ ਕੁਝ ਹੀ ਮਿਲਦਾ ਚ। ਇੱਕ ਗੁਰਮੁਖ ਪਿਆਰੇ ਕਹਿੰਦੇ ਬਹੁਤ ਕੁਝ ਮਿਲਦਾ। ਮੈਂ ਕਿਹਾ ਬਹੁਤ ਕੁਝ ਮਿਲਦਾ ਉਹ ਤੁਹਾਨੂੰ, ਸਾਨੂੰ ਤਾਂ ਸਭ ਕੁਝ ਮਿਲਿਆ ਜੀ। ਅਸੀਂ ਕਿਵੇਂ ਕਹੀਏ ਵੀ ਬਹੁਤ ਕੁਝ ਮਿਲਿਆ? ਸਭ ਕੁਝ ਹੀ ਮਿਲਦਾ। ਬਸ ਤੁਸੀਂ ਦਰ ਨਾ ਛੱਡਿਓ, ਦਰ ਨਾ ਛੱਡਿਓ, ਗੁਰੂ ਜੀ ਦਾ ਆਸਰਾ ਨਾ ਛੱਡਿਓ, ਲੱਗੇ ਰਹੋ। ਵੱਡੇ ਤੋਂ ਵੱਡੇ ਮਸਲੇ ਮਹਾਰਾਜ ਹੱਲ ਕਰ ਦਿੰਦੇ ਜੀ। ਪਰ ਪ੍ਰੀਖਿਆ ਵਹਿੰਦੇ ਆ, ਇੱਕ ਵਾਰੀ ਚੈੱਕ ਕਰਦੇ ਬੰਦੇ ਨੂੰ ਜੀ। ਛੱਡਦਾ ਤਾਂ ਨਹੀਂ ਹੈ, ਦਰ ਤਾਂ ਨਹੀਂ ਛੱਡਦਾ। ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਜੀ ਸਾਡੀਆਂ ਝੋਲੀਆਂ ਨਾਮ ਨਾਲ, ਸੁੱਖਾਂ ਨਾਲ, ਆਪਣੇ ਚਰਨ ਕਮਲਾਂ ਦੀ ਪ੍ਰੀਤ ਨਾਲ ਭਰ ਦੇਣ। ਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰੋ, ਗੁਰੂ ਜੀ ਸੁਣਦੇ ਹਨ। ਸੋ ਆਓ ਹੁਣ ਆਪਾਂ 2 ਮਿੰਟ ਰਹਿ ਗਏ ਆ, ਸਾਰੀਆਂ ਸੰਗਤਾਂ ਗੁਰਮੰਤਰ ਦਾ ਜਾਪ ਕਰੀਏ। ਜੋ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦਾ ਜਾਪ ਕਰੀਏ, ਫਿਰ ਖਿਮਾ ਮੰਗੀਏ। ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਭਾਈ ਸੁਖਜਿੰਦਰ ਸਿੰਘ ਜੀ ਨੂੰ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ